ਪਿਆਰੇ ਵਿਦਿਆਰਥੀਓ, ਤੁਹਾਡਾ ਸਾਰਿਆਂ ਦਾ ਆਨਲਾਈਨ education.com ਤੇ ਨਿੱਘਾ ਸਵਾਗਤ ਹੈ। ਮੈਂ ਐਸਪੀ ਬਰਾੜ ਇੱਕ ਵਾਰ ਫਿਰ ਤੋਂ ਪੰਜਾਬੀ ਭਾਸ਼ਾ ਨਾਲ ਸੰਬੰਧਿਤ ਇੱਕ ਵਿਸ਼ੇ ਨੂੰ ਲੈ ਕੇ ਹਾਜ਼ਰ ਹਾਂ। ਮੇਰੀ ਕੋਸ਼ਿਸ਼ ਰਹੇਗੀ ਕਿ ਮੈਂ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨਾਲ ਸੰਬੰਧਿਤ ਵਿਸ਼ਿਆਂ ਤੇ ਖਾਸ ਤੌਰ ਤੇ ਵਿਦਿਆਰਥੀਆਂ ਦੇ ਸਿਲੇਬਸ ਨਾਲ ਜੁੜੇ ਹੋਏ ਵਿਸ਼ਿਆਂ ਸੰਬੰਧੀ ਤੁਹਾਡੇ ਨਾਲ ਗੱਲਬਾਤ ਕਰਦੀ ਰਹਾਂ। ਮੈਂ ਆਸ ਕਰਦੀ ਹਾਂ ਕਿ ਮੇਰਾ ਇਹ ਯਤਨ ਵਿਦਿਆਰਥੀਆਂ ਲਈ, ਖਾਸ ਕਰਕੇ ਪ੍ਰਾਈਵੇਟ ਸਿੱਖਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਲਈ ਲਾਹੇਵੰਦ ਹੋਵੇਗਾ। ਸੋ ਵਿਦਿਆਰਥੀਓ, ਸਾਡੀ ਅੱਜ ਦੀ ਚਰਚਾ ਦਾ ਧੁਰਾ ਹੈ ਪੰਜਾਬੀ ਕਹਾਣੀ ਚੱਟੂ, ਜੋ ਕਿ ਲੇਖਿਕਾ ਸੁਖਵੰਤ ਕੌਰ ਮਾਨ ਦੀ ਲਿਖੀ ਹੋਈ ਹੈ। ਇਹ ਕਹਾਣੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ BA ਦੇ ਸੈਕੰਡ ਸਮੈਸਟਰ ਦੀ ਚੋਣਵੀਂ ਪੰਜਾਬੀ ਦੇ ਵਿਦਿਆਰਥੀਆਂ ਨੂੰ ਸਿਲੇਬਸ ਵਿੱਚ ਲਗਾਈ ਗਈ ਹੈ। ਇਸ ਵੀਡੀਓ ਦੇ ਵਿੱਚ ਜੋ ਇਸ ਕਹਾਣੀ ਬਾਰੇ ਆਪਾਂ ਡਿਸਕਸ ਕਰਨੀ ਆ, ਉਸ ਦੇ ਬਾਰੇ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ। ਆਪਾਂ ਅੱਜ ਇਸ ਵੀਡੀਓ ਦੇ ਵਿੱਚ ਕਹਾਣੀ ਦਾ ਸੰਖੇਪ ਸਾਰ, ਕਹਾਣੀ ਦਾ ਵਿਸ਼ਾ ਵਸਤੂ, ਕਹਾਣੀ ਦੇ ਪਾਤਰਾਂ ਨਾਲ ਜਾਣ ਪਛਾਣ, ਪ੍ਰਸੰਗ ਦੱਸ ਕੇ ਵਿਆਖਿਆ ਅਤੇ ਪ੍ਰਸ਼ਨ ਉੱਤਰਾਂ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ। ਸੋ ਸਭ ਤੋਂ ਪਹਿਲਾਂ ਸ਼ੁਰੂ ਕਰਦੇ ਹਾਂ ਕਹਾਣੀ ਦਾ ਸੰਖੇਪ ਸਾਰ। ਚੱਟੂ ਕਹਾਣੀ ਸੁਖਵੰਤ ਕੌਰ ਮਾਨ ਦੀ ਰਚਨਾ ਹੈ। ਇਸ ਕਹਾਣੀ ਦਾ ਵਿਸ਼ਾ 1947 ਵਿੱਚ ਭਾਰਤ ਪਾਕ ਵੰਡ ਦੇ ਸਿੱਟੇ ਵਜੋਂ ਉਜੜੇ ਪਰਿਵਾਰਾਂ ਦੇ ਦੁੱਖ ਤਕਲੀਫਾਂ ਤੇ ਢਹਿ ਕੇ ਉਸਾਰਨ ਦੀ ਗਾਥਾ ਹੈ। ਕਹਾਣੀ ਵਿੱਚ ਅਸੀਂ ਦੇਖਦੇ ਹਾਂ ਕਿ ਕੁੜੀ ਦੀ ਮਾਂ, ਛੋਟਾ ਭਰਾ ਤੇ ਭੈਣ, ਤਾਇਆ ਤਾਈ, ਚਾਚਾ ਚਾਚੀ, ਉਹਨਾਂ ਦੇ ਬੱਚੇ ਅਤੇ ਦਾਦਾ ਦਾਦੀ ਸਾਰੇ ਜਣੇ ਪਾਕਿਸਤਾਨ ਬਣਨ ਸਮੇਂ ਉਧਰੋਂ ਭਾਰਤ ਜਾਣ ਲਈ ਪਿੰਡ ਤੋਂ ਟਰੱਕਾਂ ਵਿੱਚ ਚੜ੍ਹ ਕੇ ਨਨਕਾਣਾ ਸਾਹਿਬ ਰੇਲਵੇ ਲਾਈਨ ਤੋਂ ਪਾਰ ਖਾਲਸਾ ਸਕੂਲ ਵਿਖੇ ਲੱਗੇ ਕੈਂਪ ਵਿੱਚ ਪੁੱਜੇ, ਜਿੱਥੇ ਉਹ ਪੂਰਬੀ ਪੰਜਾਬ ਤੋਂ ਆ ਰਹੇ ਮੁਸਲਮਾਨਾਂ ਨਾਲ ਭਰੀਆਂ ਗੱਡੀਆਂ ਦੇਖਦੇ ਤੇ ਨਾਲ ਹੀ ਚੱਲਦੀਆਂ ਗੋਲੀਆਂ ਵੀ। ਕੁੜੀ ਦਾ ਬਾਪੂ ਤੇ ਵੱਡਾ ਭਰਾ ਗੱਡਿਆਂ ਦੇ ਕਾਫਲਿਆਂ ਨਾਲ ਆ ਰਹੇ ਸਨ। ਉਹ ਅੰਮ੍ਰਿਤਸਰ ਨੇੜੇ ਕਿਸੇ ਪਿੰਡ ਵਿੱਚ ਆ ਟਿਕੇ ਤੇ ਅੱਜ ਉਹਨਾਂ ਇੱਥੇ ਲੁਧਿਆਣੇ ਜਾਣ ਲਈ ਗੱਡੀ ਫੜਨੀ ਸੀ। ਪਿੰਡੋਂ ਤੁਰਨ ਸਮੇਂ ਕਿਸੇ ਨੇ ਉਹਨਾਂ ਨੂੰ ਖਬਰ ਦਿੱਤੀ ਕਿ ਕੁੜੀ ਦਾ ਮਾਮਾ ਲਾਹੌਰ ਸਟੇਸ਼ਨ ਤੇ ਆਪਣੀ ਤਿਹਾਈ ਮਾਂ ਲਈ ਪਾਣੀ ਲੈਣ ਲਈ ਉਤਰਿਆ, ਪਰ ਮੁੜ ਨਾ ਪਰਤਿਆ। ਇਹ ਸੁਣ ਕੇ ਕੁੜੀ ਦੀ ਮਾਂ ਹੌਕੇ ਭਰਨ ਲੱਗੀ। ਤਾਈ ਤੇ ਚਾਚੀ ਨੇ ਉਸ ਨੂੰ ਹੌਸਲਾ ਰੱਖਣ ਲਈ ਕਿਹਾ ਤੇ ਸਮਾਨ ਵੰਡਣ ਵਿੱਚ ਰੁੱਝ ਗਈਆਂ। ਉਹਨਾਂ ਦਿਨਾਂ ਵਿੱਚ ਕੋਈ ਕਿਸੇ ਕੋਲੇ ਅਫਸੋਸ ਨਹੀਂ ਸੀ ਕਰਦਾ। ਜਿਸ ਦਾ ਕੋਈ ਮਰ ਜਾਂਦਾ, ਉਹ ਰੋ ਧੋ ਕੇ ਆਪੇ ਹੀ ਚੁੱਪ ਕਰ ਜਾਂਦਾ। ਕੁੜੀ ਦੀ ਮਾਂ ਨੇ ਅਥਰੂ ਪੂੰਝੇ ਤੇ ਭਾਂਡਿਆਂ ਦੀ ਬੋਰੀ ਸਿਰ ਤੇ ਰੱਖ ਕੇ ਮਗਰ ਤੁਰ ਪਈ। ਟਾਂਗੇ ਉੱਤੇ ਬੈਠ ਕੇ ਰਾਤ ਵੇਲੇ ਅੰਮ੍ਰਿਤਸਰ ਸਟੇਸ਼ਨ ਉੱਤੇ ਪੁੱਜੇ। ਸਟੇਸ਼ਨ ਉੱਤੇ ਵਿਚਕਾਰ ਜਿਹੇ ਖੜੀ ਕੋਲੇ ਨਾਲ ਲੱਥ-ਪੱਥ ਇੱਕ ਮਾਲ ਗੱਡੀ ਨੂੰ ਕੂਕਾਂ ਮਾਰਦੀ ਦੇਖ ਕੇ ਉਹ ਹਫੜਾ ਦਫੜੀ ਵਿੱਚ ਗੱਡੀ ਵੱਲ ਦੌੜ ਪਏ। ਦੌੜਦੀ ਕੁੜੀ, ਜਿਸ ਦੇ ਸਿਰ ਤੇ ਚੱਟੂ ਸੀ, ਜਿਹੜਾ ਕਿ ਉਸਦੀ ਮਾਂ ਮਸਾਲਾ ਕੁੱਟਣ ਲਈ ਨਾਲ ਲਿਜਾਣਾ ਚਾਹੁੰਦੀ ਸੀ, ਲਾਈਨ ਵਿੱਚ ਅੜ ਕੇ ਡਿੱਗ ਪਈ। ਉਹ ਉੱਠ ਕੇ ਸੰਭਲੀ ਤੇ ਉਸਨੇ ਚੱਟੂ ਮੁੜ ਸਿਰ ਉੱਤੇ ਰੱਖ ਲਿਆ। ਇਹ ਚੱਟੂ ਉਹਨਾਂ ਨੂੰ ਉਸ ਘਰ ਵਿੱਚੋਂ ਮਿਲਿਆ ਸੀ ਜਿੱਥੇ ਉਹਨਾਂ ਪਾਕਿਸਤਾਨ ਆ ਕੇ ਡੇਰਾ ਲਾਇਆ ਸੀ। ਇਸ ਚੱਟੂ ਵਿੱਚ ਹੀ ਉਸਦੀ ਮਾਂ ਨੇ ਨਾਲ ਦੇ ਘਰੋਂ ਮੰਗ ਕੇ ਲਿਆਂਦੇ ਸੋਟੀਆਂ, ਕੁੱਟੀਆਂ, ਲੂਣ ਮਿਰਚਾਂ ਨੂੰ ਦਵਾਦੀ ਦੁਆਰਾ ਕਿਸੇ ਘਰੋਂ ਲਿਆਂਦੀ ਲੱਸੀ ਵਿੱਚ ਮਿਲਾ ਕੇ ਲਸਣ ਪੁਲਾਅ ਬਣਾਇਆ ਸੀ ਤੇ ਸਭ ਨੇ ਉਸ ਨਾਲ ਸੁੱਕੀਆਂ ਤੰਦੂਰੀ ਰੋਟੀਆਂ ਖਾਧੀਆਂ ਸਨ। ਚਾਚੇ ਨੇ ਭੱਜ ਕੇ ਕਧਾੜੇ ਚੁੱਕੀ ਚਾਚੀ ਨੂੰ ਮਾਲ ਗੱਡੀ ਦੇ ਡੱਬੇ ਵਿੱਚ ਸੁੱਟਿਆ ਤੇ ਫਿਰ ਦਾਦੇ ਦੇ ਚੱਟੂ ਸਮੇਤ ਕੁੜੀ ਨੂੰ ਚੜ੍ਹਾ ਦਿੱਤਾ। ਤਾਈ ਤੇ ਮਾਂ ਸਮੇਤ ਹੋਰ ਸਾਰੇ ਗੱਡੀ ਵਿੱਚ ਚੜ੍ਹ ਗਏ। ਗੱਡੀ ਚੱਲਦੀ ਜਾ ਰਹੀ ਸੀ। ਰਸਤੇ ਵਿੱਚ ਦਿਨ ਦਾ ਚਾਨਣ ਹੋਰ ਕਾਰਨ ਪਿੰਡ ਤੇ ਕਸਬੇ ਉਜੜੇ ਦਿਖਾਈ ਦੇ ਰਹੇ ਸਨ। ਇੱਕ ਦੋ ਥਾਵਾਂ ਉੱਤੇ ਪਈਆਂ ਲਾਸ਼ਾਂ ਤੇ ਗਿਰਝਾਂ ਲਪਟ ਰਹੀਆਂ ਸਨ। ਕਿਸੇ ਵੇਲੇ ਕੋਈ ਮੁਸਲਿਮ ਪਨਾਹਗੀਰ ਦੀ ਭਰੀ ਬੰਦ ਗੱਡੀ ਉਲਟੀ ਦਿਸ਼ਾ ਵੱਲੋਂ ਆਉਂਦੀ, ਕੋਲੋਂ ਲੰਘਦੀ, ਜਿਸ ਉੱਤੇ ਮਾਲ ਗੱਡੀ ਦੇ ਮੁਸਾਫਰਾਂ ਵੱਲੋਂ ਇੱਕ ਦੋ ਫਾਇਰ ਕਰ ਦਿੱਤੇ ਜਾਂਦੇ। ਲੁਧਿਆਣੇ ਪਹੁੰਚ ਕੇ ਕੋਲਿਆਂ ਦੀ ਕਾਲਖ ਨਾਲ ਲੱਥ-ਪੱਥ ਲੋਕ ਪਲੇਟਫਾਰਮ ਉੱਤੇ ਉਤਰਨ ਲੱਗੇ। ਅਚਾਨਕ ਤਲਵਾਰਾਂ, ਬਰਸ਼ਿਆਂ ਵਾਲੇ ਲੋਕਾਂ ਨੂੰ ਦੇਖ ਕੇ ਇੱਕ ਸਹਿਮ ਜਿਹਾ ਪੈਦਾ ਹੋ ਗਿਆ। ਖਬਰ ਫੈਲ ਗਈ ਸੀ ਕਿ ਮੁਸਲਮਾਨਾਂ ਦੀ ਗੱਡੀ ਨੂੰ ਹਿਫਾਜ਼ਤ ਨਾਲ ਪਹੁੰਚਾਉਣ ਲਈ ਬਲੋਚ ਮਿਲਟਰੀ ਪਹੁੰਚ ਗਈ ਹੈ। ਬਾਹਰ ਕਰਫਿਊ ਖੁੱਲ੍ਹ ਗਿਆ ਤੇ ਲੋਕ ਸਮਾਨ ਚੁੱਕੀ ਸ਼ਹਿਰ ਦੀਆਂ ਸੜਕਾਂ ਵੱਲ ਦੌੜ ਪਏ। ਉਸ ਦਿਨ ਇੱਕ ਮੁਸਲਮਾਨ ਮਹੱਲਾ ਖਾਲੀ ਹੋਇਆ ਸੀ। ਕੁੜੀ ਤੇ ਉਸਦੇ ਚਾਚੇ ਦੇ ਮੁੰਡੇ ਨੇ ਚੱਟੂ ਦੋਹਾਂ ਪਾਸਿਆਂ ਤੋਂ ਫੜਿਆ ਹੋਇਆ ਸੀ। ਅੰਤ ਉਹ ਸਾਰਾ ਪਰਿਵਾਰ ਇੱਕ ਮਕਾਨ ਵਿੱਚ ਪਹੁੰਚਿਆ, ਜਿਸ ਦੀਆਂ ਕੜੀਆਂ ਤੇ ਬਾਲਿਆਂ ਵਾਲੀ ਛੱਤਾਂ ਦੇਖ ਕੇ ਦਾਦੀ ਦਾ ਹੌਂਕਾ ਨਿਕਲ ਗਿਆ। ਤਾਈ ਦੌੜ ਕੇ ਬਾਜ਼ਾਰੋਂ ਬੌਕਰ ਲੈ ਆਈ। ਤਾਈ, ਚਾਚੀ ਤੇ ਕੁੜੀ ਨੇ ਰਲ ਕੇ ਸਫਾਈ ਕੀਤੀ ਤੇ ਦਾਦਾ ਜੀ ਦੁਆਰਾ ਲਿਆਂਦੀ ਮੂੰਗੀ ਦੀ ਚੌਲਾਂ ਦੀ ਬਣਾਈ ਖਿਚੜੀ ਸਭ ਨੇ ਖਾਧੀ। ਸਰੋਂ ਦੇ ਤੇਲ ਦਾ ਇੱਕ ਦੀਵਾ ਬਾਲ ਕੇ ਮੁੱਦੇ ਰੱਖੇ ਚੱਟੂ ਤੇ ਟਿਕਾ ਦਿੱਤਾ। ਦੂਜੇ ਦਿਨ ਦਾਦੀ ਕੁਝ ਲੂਣ, ਸਾਬਤ ਮਿਰਚਾਂ ਤੇ ਧਨੀਆ ਖਰੀਦ ਲਿਆਈ ਤੇ ਨਾਲ ਹੀ ਚੱਟੂ ਤੇ ਮੇਚੇ ਦਾ ਡੰਡਾ ਵੀ। ਲੂਣ, ਮਿਰਚਾਂ ਤੇ ਧਨੀਆ ਇਕੱਠੇ ਹੀ ਕੁੱਟ ਲਏ ਗਏ। ਦੁਪਹਿਰੇ ਚਾਚਾ ਕਿਧਰੋਂ ਸੁਣ ਕੇ ਆਇਆ ਕਿ ਪਾਕਿਸਤਾਨ ਤੋਂ ਆ ਰਹੇ ਸਿੱਖਾਂ ਤੇ ਹਿੰਦੂਆਂ ਦੇ ਕਾਫਲੇ ਨੂੰ ਬਲੋਚ ਮਿਲਟਰੀ ਨੇ ਭਾਰਤ ਵੜਨ ਤੋਂ ਪਹਿਲਾਂ ਹੀ ਮਾਰ ਮੁਕਾਇਆ ਸੀ। ਇਸ ਗੱਲ ਦਾ ਕੁੜੀ ਦੀ ਮਾਂ, ਦਾਦੀ ਅਤੇ ਦਾਦੇ ਉੱਤੇ ਬਹੁਤ ਬੁਰਾ ਅਸਰ ਹੋਇਆ। 2 ਕੁ ਦਿਨਾਂ ਵਿੱਚ ਹੀ ਖਬਰ ਆਈ ਕਿ ਕੁੜੀ ਦਾ ਫੁੱਫੜ, ਜੋ ਸਾਰੇ ਪਿੰਡ ਦਾ ਇਕੱਲਾ ਮਾਲਕ ਸੀ, ਪਿੰਡ ਵਿੱਚ ਹੀ ਰਹਿ ਪਿਆ ਸੀ, ਪਰ ਉਸਦੀ ਭੂਆ ਟੱਬਰ ਨੂੰ ਨਾਲ ਲੈ ਕੇ ਇੱਕ ਤੁੱਲੇ ਵਾਲੇ ਨੂੰ ਸੋਨੇ ਦੇ ਗਹਿਣੇ ਦੇ ਕੇ ਰਾਵੀ ਦਰਿਆ ਪਾਰ ਕਰਨ ਮਗਰੋਂ ਆਪਣੇ ਪੁੱਤਰ ਦੇ ਸਹੁਰਿਆਂ ਦੇ ਪਿੰਡ ਪਹੁੰਚ ਗਈ ਸੀ। ਚੌਥੇ ਦਿਨ ਰੇਡੀਓ ਤੋਂ ਖਬਰ ਆਈ ਕਿ ਕਾਫਲੇ ਦੇ ਪਹਿਲੇ ਕੁਝ ਗੱਡਿਆਂ ਦਾ ਨੁਕਸਾਨ ਹੋਇਆ ਸੀ। ਗੋਰਖਾ ਮਿਲਟਰੀ ਨੇ ਪਹੁੰਚ ਕੇ ਕਾਫਲੇ ਦਾ ਚਾਰਜ ਸੰਭਾਲ ਲਿਆ ਸੀ।
ਦਾਦੀ ਮਾਂ ਤੇ ਤਾਈ ਨੇ ਟੁੱਟੇ ਮੰਜਿਆਂ ਦੀਆਂ ਬਾਹੀਆਂ ਤੇ ਪਾਵੇ ਨੂੰ ਇੱਕ ਗੁੱਠੇ ਇਕੱਠੇ ਕਰਕੇ ਗੁਆਂਢੀਆਂ ਬਾਣੀਆਂ ਦੀ ਗਾਂ ਦਾ ਗੋਹਾ ਲਿਆ ਕੇ ਕੱਚੇ ਫਰਸ਼ ਉੱਤੇ ਪੋਚਾ ਫੇਰ ਦਿੱਤਾ। ਇੱਕ ਚੁੱਲ੍ਹਾ ਵੀ ਬਣਾ ਲਿਆ। ਚਾਚੇ ਨੇ ਨਲਕਾ ਠੀਕ ਕਰਾ ਲਿਆ। ਹੁਣ ਕੁੜੀ ਦਾ ਪਿਓ ਤੇ ਭਰਾ ਵੀ ਪਹੁੰਚ ਗਏ। ਚਾਚਾ ਭੂਆ ਨੂੰ ਉਸਦੇ ਕੁੜਮਾਂ ਆਂਦਿਓਂ ਲੈ ਆਇਆ, ਪਰ ਉਸਦਾ ਵੱਡਾ ਮੁੰਡਾ ਉੱਥੇ ਹੀ ਰਹਿ ਪਿਆ ਸੀ। ਛੋਟੇ ਮੁੰਡੇ ਭੂਆ ਦੇ ਨਾਲ ਆ ਗਏ ਸਨ। ਕੁਝ ਦਿਨ ਘਰ ਵਿੱਚ ਹਰ ਰੋਜ਼ ਫੁੱਫੜ ਦੀਆਂ ਗੱਲਾਂ ਹੁੰਦੀਆਂ ਰਹਿੰਦੀਆਂ। ਇਸ ਤਰ੍ਹਾਂ ਜ਼ਿੰਦਗੀ ਇੱਕ ਤਰ੍ਹਾਂ ਰਿੜ ਪਈ ਸੀ। ਬੱਚਿਆਂ ਨੂੰ ਸਕੂਲੇ ਪੜ੍ਹਨੇ ਪਾਇਆ ਗਿਆ। ਰਾਤ ਨੂੰ ਮੁੱਦੇ ਰੱਖੇ ਚੱਟੂ ਤੇ ਮਿੱਟੀ ਦੇ ਤੇਲ ਦਾ ਦੀਵਾ ਟਕਾ ਕੇ ਆਲੇ ਦੁਆਲੇ ਨਨਕਾਣਾ ਸਾਹਿਬ ਤੋਂ ਚੁੱਲ੍ਹੇ ਵਿੱਚ ਪੈਨੋਂ ਬਚਾ ਕੇ ਲਿਆਂਦੀ ਪੁਸਤਕ ਦੀਆਂ ਦੇਹ ਭਰੀਆਂ ਦੀਆਂ ਕਹਾਣੀਆਂ ਵਾਲੀ ਕਿਤਾਬ ਪੜ੍ਹਦੇ। ਚੱਟੂ ਹੁਣ ਸਭ ਦਾ ਸਾਂਝਾ ਸੀ। ਇੱਕ ਦਿਨ ਚਾਚੀ ਲੂਣਦਾਨੀ ਤੇ ਦੂਜੇ ਦਿਨ ਤਾਈ ਚਕਲਾ ਖਰੀਦ ਲਿਆਈ। ਮੰਜੇ ਬੁਣ ਲਏ ਗਏ। ਦੀਵਾਲੀ ਨੂੰ ਇੱਕ ਦੀਵਾ ਜਗਾ ਕੇ ਡਿਉਢੀ ਵਿੱਚ ਰੱਖ ਕੇ ਸ਼ਗਨ ਕਰ ਲਿਆ ਗਿਆ। ਦਾਦਾ ਜੀ ਬਾਜ਼ਾਰੋਂ ਮਠਿਆਈ ਫਲ ਲੈ ਆਏ, ਜਿਸ ਨੂੰ ਖਾ ਕੇ ਬੱਚੇ ਖੁਸ਼ ਹੋ ਰਹੇ ਸਨ। ਦਾਦੀ ਹਾਲੇ ਵੀ ਪਿੱਛੇ ਛੱਡੇ ਭਰੇ ਭੁਕੁੰਨੇ ਤੇ ਗਾਡਰਾਂ ਵਾਲੇ ਮਕਾਨ ਨੂੰ ਯਾਦ ਕਰਕੇ ਹੌਂਕੇ ਭਰਦੀ ਸੀ। ਤਾਈ ਆਪਣੇ ਨਵੇਂ ਘਰ ਦੀ ਗੱਲ ਕਰਦੀ ਰਹਿੰਦੀ ਸੀ ਤੇ ਮਾਂ ਭਰਾ ਨੂੰ ਰੋਂਦੀ ਰਹਿੰਦੀ ਸੀ। ਫਿਰ ਵੀ ਨਿੱਕੀਆਂ ਨਿੱਕੀਆਂ ਖੁਸ਼ੀਆਂ ਦੀਆਂ ਖਬਰਾਂ ਆਉਣ ਲੱਗ ਪਈਆਂ ਸਨ। ਚਾਚੇ ਨੂੰ ਆੜ੍ਹਤੇ ਦੀ ਦੁਕਾਨ ਤੇ ਸ਼ਹਿਰ ਦੇ ਗੰਦੇ ਨਾਲੇ ਵਾਲੀ ਜ਼ਮੀਨ ਠੇਕੇ ਉੱਤੇ ਮਿਲ ਗਈ ਸੀ। ਭੂਆ, ਜਿਸ ਨੇ ਕਦੇ ਕੱਖ ਭੰਨ ਕੇ ਦੂਰਾ ਨਹੀਂ ਸੀ ਕੀਤਾ, ਹੁਣ ਘਰ ਵਿੱਚ ਪੋਚਾ ਫੇਰਨੇ ਤੇ ਫੂਕਾ ਮਾਰ ਮਾਰ ਕੇ ਚੁੱਲ੍ਹੇ ਵਿੱਚ ਅੱਗ ਬਾਲਣ ਦਾ ਕੰਮ ਕਰਦੀ ਸੀ। ਸਫਾਈ ਦੀ ਸ਼ੌਂਕਤ ਦਾਦੀ ਦਿਨ ਚੜ੍ਹਦੇ ਤੱਕ ਸਾਰਾ ਮਕਾਨ ਹੂੰਝ ਲੈਂਦੀ ਤੇ ਥੱਕ ਕੇ ਕੱਚੀ ਕੰਧ ਨਾਲ ਢਾਸਣਾ ਲਾ ਕੇ ਰੋਣ ਲੱਗ ਪੈਂਦੀ। ਠੇਕੇ ਤੇ ਲਈ ਜ਼ਮੀਨ ਉੱਤੇ ਕੰਮ ਚਲਾਉਣ ਲਈ ਬੀਜਾਂ ਤੇ ਬਲਦ ਖਰੀਦਣ ਤੇ ਮਜ਼ਦੂਰੀ ਲਈ ਪੈਸਿਆਂ ਦੀ ਲੋੜ ਸੀ, ਜੋ ਕੋਲ ਨਹੀਂ ਸਨ। ਦਾਦਾ ਜੀ ਦੇ ਆਖਣ ਦੀ ਦੇਰ ਸੀ ਕਿ ਤਾਈ ਨੇ ਸੋਨੇ ਦੀ ਵਾਂਝ, ਚਾਚੀ ਨੇ ਛਾਪ, ਮਾਂ ਨੇ ਵਾਲੀਆਂ ਤੇ ਦਾਦੀ ਨੇ ਆਪਣੇ ਸੋਨੇ ਦੀ ਸਟੱਡ ਲਾ ਕੇ ਬਾਬਾ ਜੀ ਦੀ ਝੋਲੀ ਵਿੱਚ ਪਾ ਦਿੱਤੇ। ਇਸ ਵਿੱਚੋਂ ਘਰ ਵਿੱਚ ਇੱਕ ਲਾਲਟਨ ਤੇ ਡਾਲਡੇ ਘਿਓ ਦੀ ਇੱਕ ਪੀਪੀ ਆ ਗਈ ਤੇ ਪਰੌਂਠੇ ਆਦਿ ਪੱਕਣ ਲੱਗੇ। ਸਵੇਰੇ ਸਵੇਰੇ ਸਾਰੇ ਕੰਮਾਂ ਤੇ ਜਾਣ ਲੱਗੇ। ਦਾਦਾ ਜੀ ਸਾਫ਼ ਸੁਥਰਾ ਸੂਟ ਪਾ ਕੇ ਆੜ੍ਹਤੇ ਦੀ ਦੁਕਾਨ ਉੱਤੇ ਜਾ ਬੈਠਦੇ ਤੇ ਆਉਂਦੇ ਹੋਏ ਅਮਰੂਦ, ਨਾਸ਼ਪਾਤੀਆਂ ਤੇ ਉਰਦੂ ਦਾ ਅਖਬਾਰ ਖਰੀਦ ਲਿਆਉਂਦੇ। ਉਹ ਉੱਚੀ ਉੱਚੀ ਖਬਰਾਂ ਪੜ੍ਹਦੇ ਤੇ ਜਦੋਂ ਕਦੇ ਜਿਨਾਹ ਤੇ ਨਹਿਰੂ ਦਾ ਨਾਂ ਆ ਜਾਂਦਾ ਤਾਂ ਦਾਦੀ ਦੋਹਾਂ ਨੂੰ ਗਾਲਾਂ ਕੱਢਣ ਲੱਗ ਪੈਂਦੀ। ਇੱਕ ਦਿਨ ਦਾਦਾ ਜੀ ਇੱਕ ਨਿੱਕਾ ਸਟੂਲ ਖਰੀਦ ਲਿਆਏ, ਜਿਸ ਉੱਤੇ ਦਿਨੇ ਸਾਰੇ ਜਣੇ ਵਾਰੋ ਵਾਰੀ ਰੋਟੀ ਰੱਖ ਕੇ ਖਾਂਦੇ ਰਹੇ ਤੇ ਰਾਤ ਨੂੰ ਬੱਚੇ ਉਸ ਤੇ ਲਾਲਟਨ ਰੱਖ ਕੇ ਪੜ੍ਹਦੇ। ਭੂਆ ਫੁੱਫੜ ਬਾਰੇ ਸੋਚਾਂ ਵਿੱਚ ਡੁੱਬੀ ਰਹਿੰਦੀ। ਫਿਰ ਪਤਾ ਲੱਗਾ ਕਿ ਇਲਾਕੇ ਦੇ ਥਾਣੇਦਾਰ ਨੇ ਉਸ ਨੂੰ ਪਿੰਡ ਛੱਡਣ ਲਈ ਕਿਹਾ, ਪਰ ਉਸ ਦੇ ਅਜਿਹਾ ਨਾ ਕਰਨ ਤੇ ਉਸੇ ਥਾਣੇਦਾਰ ਨੇ ਉਸ ਨੂੰ ਗੋਲੀ ਮਾਰ ਦਿੱਤੀ। ਉਸ ਦਾ ਵੱਡਾ ਪੁੱਤਰ ਸਹੁਰਿਆਂ ਦਾ ਹੋ ਕੇ ਰਹਿ ਗਿਆ। ਭੂਆ ਨੂੰ ਪੈਸਿਆਂ ਦੀ ਤੰਗੀ ਆ ਗਈ, ਇਸ ਕਰਕੇ ਉਹ ਨਿੱਕੇ ਨਿੱਕੇ ਸਰਫੇ ਕਰਦੀ ਰਹਿੰਦੀ। ਉਸ ਦਾ ਪੁੱਤਰ ਭਿੰਦਰ ਵੀ ਪਰੇਸ਼ਾਨ ਰਹਿੰਦਾ। ਇੱਕ ਦਿਨ ਤਾਈ ਬਾਜ਼ਾਰੋਂ ਪੱਥਰ ਦੀ ਕੁੰਡੀ ਖਰੀਦ ਲਿਆਈ ਤੇ ਹੁਣ ਉਹਨਾਂ ਪੁਰਾਣਾ ਲੱਕੜ ਦਾ ਚੱਟੂ ਬਾਲਣ ਵਾਲੀ ਕੋਠੇ ਵਿੱਚ ਸੁੱਟ ਦਿੱਤਾ। ਭਿੰਦਰ ਨੇ ਕਾਪੀਆਂ ਕਿਤਾਬਾਂ ਦੇ ਖਰਚੇ ਵਿੱਚੋਂ ਪੈਸੇ ਬਚਾ ਕੇ 2 ਕੁਕੜੀਆਂ ਖਰੀਦ ਲਿਆਂਦੀਆਂ ਤੇ ਉਹਨਾਂ ਲਈ ਭਿੰਦਰ ਨੇ ਕਾਪੀਆਂ ਕਿਤਾਬਾਂ ਦੇ ਖਰਚੇ ਵਿੱਚੋਂ ਪੈਸੇ ਬਚਾ ਕੇ 2 ਕੁਕੜੀਆਂ ਖਰੀਦ ਲਿਆਂਦੀਆਂ ਤੇ ਉਹਨਾਂ ਲਈ ਖੁੱਡਾ ਵੀ ਬਣਾ ਲਿਆ। ਉਹ ਉਹਨਾਂ ਦੇ ਆਂਡੇ ਵੇਚ ਹਰ ਰੋਜ਼ ਇੱਕ ਆਨਾ ਮਾਂ ਦੀ ਤਲੀ ਉੱਤੇ ਰੱਖ ਦਿੰਦਾ। ਵੱਡੇ ਭਰਾ ਨੂੰ ਰਿਫਿਊਜੀ ਹੋਣ ਕਰਕੇ ਬੜਾ ਖਰਵਾ ਜਿਹਾ ਕੋਟ ਮਿਲਿਆ, ਜਿਸ ਨੂੰ ਸਾਰੇ ਜਣੇ ਵਾਰੀ ਵਾਰੀ ਪਾ ਕੇ ਖੁਸ਼ ਹੋਏ। ਸਵੇਰੇ ਭਰਾ ਪਾ ਕੇ ਕਾਲਜ ਚਲਾ ਜਾਂਦਾ ਤੇ ਰਾਤੀ ਖੇਤਾਂ ਵਿੱਚ ਫੇਰਾ ਮਾਰਨਗੇ ਬਾਪੂ ਜੀ ਪਾ ਲੈਂਦੇ। ਬਾਪੂ ਜੀ ਕਿਧਰੋਂ ਇੱਕ ਤੋਕੜ ਜਿਹੀ ਮੱਝ ਖਰੀਦ ਲਿਆਏ। ਥੋੜਾ ਥੋੜਾ ਦੁੱਧ ਸਾਰੇ ਵੰਡ ਕੇ ਪੀ ਲੈਂਦੇ ਤੇ ਥੋੜਾ ਜਿਹਾ ਵੇਚ ਵੀ ਲੈਂਦੇ। ਹੁਣ ਹੱਥ ਰਤਾ ਸੌਖਾ ਹੋ ਗਿਆ। ਮਾਂ ਨੇ ਕੁੜੀ ਨੂੰ ਅਨਾਬੀ ਖੱਦਰ ਦੀ ਚਾਦਰ ਲੈ ਦਿੱਤੀ। ਇਸੇ ਦੌਰਾਨ ਭੂਆ ਤੇ ਮੁੰਡੇ ਭਿੰਦਰ ਨੂੰ ਅਜਿਹਾ ਬੁਖਾਰ ਚੜਿਆ ਜਿਸ ਨੇ ਉਸਦੀ ਜਾਨ ਲੈ ਲਈ। ਭਰਾ ਦਾ ਕਾਲਜ ਸ਼ਹਿਰ ਦੇ ਦੂਜੇ ਸਿਰੇ ਉੱਤੇ ਸੀ। ਉਹ ਹਰ ਰੋਜ਼ ਬਾਪੂ ਜੀ ਨੂੰ ਸਾਈਕਲ ਲੈ ਕੇ ਦੇਣ ਲਈ ਕਹਿੰਦਾ, ਪਰੰਤੂ ਉਹ ਉਸ ਦੀ ਗੱਲ ਵੱਲ ਕੰਨ ਨਾ ਧਰਦੇ। ਦਾਦੀ ਹੁਣ ਪਾਕਿਸਤਾਨ ਵਿੱਚ ਰਹਿ ਗਏ ਮਕਾਨ ਨੂੰ ਯਾਦ ਕਰਕੇ ਦੁਖੀ ਨਹੀਂ ਸੀ ਹੁੰਦੀ। ਹੌਲੀ ਹੌਲੀ ਉਹ ਧੀ ਦੇ ਦੁੱਖ ਨੂੰ ਵੀ ਘੱਟ ਮਹਿਸੂਸ ਕਰਨ ਲੱਗ ਪਈ। ਅਣਜਾਣੇ ਵੀ ਹੁਣ ਭਿੰਦਰ ਨੂੰ ਘੱਟ ਯਾਦ ਕਰਦੀ। ਇਸ ਤਰ੍ਹਾਂ 2 ਸਾਲ ਲੰਘ ਗਏ। ਆੜ੍ਹਤੇ ਦੀ ਦੁਕਾਨ ਹੁਣ ਪੱਕੀ ਹੋ ਗਈ ਤੇ ਨੇੜੇ ਹੀ ਇੱਕ ਪਿੰਡ ਵਿੱਚੋਂ ਭੋਏ ਅਲਾਟ ਹੋ ਗਈ। ਮੁੰਡੇ ਕੁੜੀਆਂ ਸਭ ਚੰਗੇ ਸਕੂਲਾਂ ਵਿੱਚ ਦਾਖਲ ਕਰਾ ਦਿੱਤੇ ਸਨ। ਭਰਾ ਨੂੰ ਸਾਈਕਲ ਲੈ ਕੇ ਦੇ ਦਿੱਤਾ ਗਿਆ ਸੀ। ਭੂਆ ਨੂੰ ਫੁੱਫੜ ਨਾਲ ਸਾਂਝੇ ਅਕਾਊਂਟ ਵਾਲੀ ਭਾਰੀ ਰਕਮ ਮਿਲ ਗਈ ਸੀ। ਤਾਏ ਦੇ ਵੱਡੇ ਭਰਾ ਨੂੰ ਵੀ ਨੌਕਰੀ ਮਿਲ ਗਈ। ਰਿਸ਼ਤੇਦਾਰ ਵੀ ਤਾਏ ਦੇ ਵੱਡੇ ਭਰਾ ਨੂੰ ਵੀ ਨੌਕਰੀ ਮਿਲ ਗਈ ਤੇ ਰਿਸ਼ਤੇਦਾਰ ਵੀ ਲੱਭ ਲਭਾ ਕੇ ਮਿਲ ਗਏ ਸਨ। ਕਲੇਮ ਦੇ ਕੁਝ ਪੈਸੇ ਵੀ ਮਿਲ ਗਏ ਸਨ। ਗੰਦੇ ਨਾਲੇ ਵਾਲੀ ਭੋਏ ਤੇ ਸਬਜ਼ੀਆਂ ਦੀ ਵਾਹ ਵਟਕ ਹੋਣ ਲੱਗ ਪਈ ਸੀ। ਤਾਏ ਦੇ ਮੁੰਡੇ ਦੀ ਮੰਗਣੀ ਚੰਗੇ ਘਰ ਹੋ ਗਈ ਸੀ ਤੇ ਘਰ ਵਿੱਚ ਵਿਆਹ ਦੀਆਂ ਤਿਆਰੀਆਂ ਹੋ ਰਹੀਆਂ ਸਨ। ਇੱਕ ਮਜ਼ਦੂਰ ਬਾਲਣ ਵਾਲੀ ਗੁੱਠੋਂ ਲੱਕੜੀਆਂ ਚੁੱਕ ਲਿਆਇਆ ਸੀ ਤੇ ਤਾਏ ਦਾ ਮੁੰਡਾ ਤਾਂ ਕੁਹਾੜੇ ਨਾਲ ਲੱਕੜਾਂ ਪੜ ਰਿਹਾ ਸੀ। ਬਾਲਣ ਹੇਠੋਂ ਪੁਰਾਣਾ ਚੱਟੂ ਨਿਕਲ ਆਇਆ, ਜਿਸ ਨੂੰ ਦੇਖ ਕੇ ਤਾਈ ਨੇ ਕੁੜੀ ਨੂੰ ਕਿਹਾ ਕਿ ਇਹ ਉਹ ਚੱਟੂ ਜੋ ਸਿਰ ਤੇ ਰੱਖ ਕੇ ਦੌੜਦੀ ਗੱਡੀ ਦੀ ਲਾਈਨ ਵਿੱਚ ਡਿੱਗ ਪਈ ਸੀ। ਚਾਚੇ ਨੇ ਕਿਹਾ ਕਿ ਉਸਨੇ ਉਸ ਚੱਟੂ ਸਮੇਤ ਹੀ ਗੱਡੀ ਵਿੱਚ ਸੁੱਟ ਦਿੱਤਾ ਸੀ। ਤਾਈ ਨੇ ਕਿਹਾ ਕਿ ਇਸ ਕੁੜੀ ਨੇ ਚੱਟੂ ਨਹੀਂ ਸੀ ਛੱਡਿਆ, ਭਾਵੇਂ ਇਸ ਉੱਤੋਂ ਗੱਡੀ ਲੰਘ ਜਾਂਦੀ। ਇਹ ਸੁਣ ਕੇ ਤਾਏ ਦੇ ਮੁੰਡੇ ਨੇ ਕਿਹਾ, ਹਾਏ ਤੂੰ ਉਹੀ ਚੱਟੂ ਹੈ, ਤੇਰੀ ਹੋਏ, ਤੈਨੂੰ ਚੁੱਕੀ ਭਾਵੇਂ ਸਾਡੀ ਕੁੜੀ ਗੱਡੀ ਹੇਠ ਆ ਕੇ ਮਰ ਜਾਂਦੀ। ਇਹ ਕਹਿ ਕੇ ਉਸਨੇ ਕੁਹਾੜੇ ਦੇ ਇੱਕ ਵਾਰ ਨਾਲ ਚੱਟੂ ਦੇ 2 ਫਾੜ ਕਰ ਦਿੱਤੇ। ਇਹ ਦੇਖ ਕੇ ਸਾਰਾ ਟੱਬਰ ਇੱਕ ਵਾਰੀ ਖਿੜਖਿੜ ਕਰਕੇ ਹੱਸ ਪਿਆ। ਤਾਏ ਦੇ ਮੁੰਡੇ ਨੇ ਚੱਟੂ ਨੂੰ ਸਬਕ ਸਿਖਾਉਣ ਲਈ ਉਸਦੇ ਤੇ ਕੁਹਾੜੇ ਦੀਆਂ ਸੱਟਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਉਸ ਦੇ ਟੁਕੜੇ ਵਿਹੜੇ ਵਿੱਚ ਉਛਲਣ ਲੱਗੇ। ਨਾਲ ਹੀ ਠਾਹ ਠਾਹ ਕਰਦਾ ਹਾਸਾ ਵੀ ਮਚ ਗਿਆ। ਕੁੜੀ ਵੀ ਨਾਲ ਹੀ ਹਾਸੇ ਵਿੱਚ ਸ਼ਾਮਲ ਹੋ ਗਈ। ਹੱਸ ਹੱਸ ਕੇ ਸਭ ਦੀਆਂ ਵੱਖੀਆਂ ਦੁਖਣ ਲੱਗ ਪਈਆਂ ਤੇ ਅੱਖਾਂ ਵਿੱਚੋਂ ਅੱਥਰੂ ਵਗ ਤੁਰੇ।
ਫਿਰ ਵੀ ਸਾਰੇ ਹੱਸੀ ਜਾ ਰਹੇ ਸੀ। ਸੋ ਵਿਦਿਆਰਥੀਓ, ਇਹ ਸੀ ਚੱਟੂ ਕਹਾਣੀ ਦਾ ਸਾਰ। ਆਓ ਹੁਣ ਆਪਾਂ ਚੱਟੂ ਕਹਾਣੀ ਦੇ ਵਿਸ਼ਾ ਵਸਤੂ ਤੇ ਵਿਚਾਰ ਕਰੀਏ। ਚੱਟੂ ਕਹਾਣੀ ਸੁਖਵੰਤ ਕੌਰ ਮਾਨ ਦੀ ਲਿਖੀ ਹੋਈ ਹੈ। ਇਸ ਕਹਾਣੀ ਦਾ ਵਿਸ਼ਾ 1947 ਦੀ ਭਾਰਤ ਪਾਕ ਵੰਡ ਦੇ ਸਿੱਟੇ ਵਜੋਂ ਉਜੜੇ ਪਰਿਵਾਰਾਂ ਦੇ ਦੁੱਖ ਤਕਲੀਫਾਂ ਤੇ ਢਹਿ ਕੇ ਉਸਰਨ ਦੀ ਗਾਥਾ ਹੈ। ਪਾਕਿਸਤਾਨ ਬਣਨ ਸਮੇਂ ਉਧਰੋਂ ਹਿੰਦੂ ਸਿੱਖ ਪਰਿਵਾਰਾਂ ਦਾ ਟਰੱਕਾਂ ਗੱਡਿਆਂ ਤੇ ਗੱਡੀਆਂ ਉੱਤੇ ਸਵਾਰ ਹੋ ਕੇ ਭਾਰਤ ਵੱਲ ਚੱਲਣਾ, ਨਨਕਾਣਾ ਸਾਹਿਬ ਵਰਗੇ ਸਥਾਨਾਂ ਉੱਤੇ ਲੱਗੇ ਕੈਂਪਾਂ ਵਿੱਚ ਠਹਿਰਨਾ, ਬਾਲਣ ਦੀ ਥਾਂ ਸਕੂਲ ਤੇ ਡੈਸਕਾਂ ਤੇ ਲਾਇਬ੍ਰੇਰੀ ਦੀਆਂ ਪੁਸਤਕਾਂ ਨੂੰ ਚੁੱਲ੍ਹੇ ਵਿੱਚ ਪਾ ਦੇਣਾ, ਪਰਿਵਾਰਾਂ ਦੇ ਕੁਝ ਹਿੱਸਿਆਂ ਦਾ ਵੱਖਰੇ ਹੋ ਜਾਣਾ, ਕੁਝ ਜੀਆਂ ਦਾ ਰਸਤੇ ਵਿੱਚ ਮਾਰਿਆ ਜਾਣਾ, ਗੱਡੀਆਂ ਉੱਤੇ ਗੋਲੀਆਂ ਦਾ ਵਰਨਾ, ਕੋਲੇ ਨਾਲ ਲੱਥਪੱਥ ਗੱਡੀਆਂ ਵਿੱਚ ਸਫ਼ਰ ਕਰਨਾ, ਭੂਆ ਵਰਗੇ ਦਾ ਤੁੱਲੇ ਵਾਲੇ ਨੂੰ ਸੋਨੇ ਦੇ ਗਹਿਣੇ ਦੇ ਕੇ ਦਰਿਆ ਪਾਰ ਕਰਨਾ, ਬਜ਼ੁਰਗਾਂ ਦੀ ਬੁਰੀ ਹਾਲਤ ਹੋਣਾ, ਅੱਗੋਂ ਉੱਜੜ ਪੁੱਜੜ ਲੁੱਟੇ ਪੁੱਟੇ ਤੇ ਮਾਰੇ ਘਰਾਂ ਵਿੱਚ ਪਨਾਹ ਮਿਲਣਾ, ਲੂਣ ਮਿਰਚਾਂ ਵਾਲੀ ਲੱਸੀ ਨਾਲ ਰੋਟੀ ਖਾ ਕੇ ਤੇ ਸਰੋਂ ਦੇ ਦੀਵੇ ਨੂੰ ਮੂਧਾ ਮਾਰ ਕੇ ਰੱਖੇ ਚੱਟੂ ਉੱਪਰ ਟਿਕਾ ਕੇ ਜੀਵਨ ਦਾ ਮੁੜ ਆਰੰਭ ਕਰਨਾ, ਕਾਫਲਿਆਂ ਤੇ ਗੱਡੀਆਂ ਉੱਪਰ ਹੋਏ ਮੁਸਲਮਾਨਾਂ ਦੇ ਹਮਲਿਆਂ ਦੀਆਂ ਖਬਰਾਂ ਦਾ ਆਉਣਾ, ਆਪਣੇ ਪਿੱਛੇ ਰਹਿ ਗਏ ਪਰਿਵਾਰਾਂ ਤੇ ਜੀਆਂ ਬਾਰੇ ਫਿਕਰਮੰਦ ਹੋਣਾ, ਹੌਲੀ ਹੌਲੀ ਘਰ ਦੇ ਕਿਸੇ ਬੰਦੇ ਦਾ ਸਹੀ ਸਲਾਮਤ ਪਹੁੰਚਣਾ ਤੇ ਕਿਸੇ ਦੇ ਮਾਰੇ ਜਾਣ ਦੀ ਖਬਰ ਦਾ ਮਿਲਣਾ, ਪਰਿਵਾਰ ਦੇ ਸਾਰੇ ਜੀਆਂ ਦਾ ਮਿਲਵਰਤਨ ਨਾਲ ਨਵੇਂ ਘਰਾਂ ਦੀ ਸਫਾਈ ਕਰਨਾ, ਫਰਸ਼ਾਂ ਉੱਤੇ ਗੋਹਾ ਮਿੱਟੀ ਫੇਰਨਾ, ਚੁੱਲ੍ਹਾ ਬਣਾ ਕੇ ਨਲਕਾ ਠੀਕ ਕਰਾ ਕੇ ਜ਼ਿੰਦਗੀ ਨੂੰ ਮੁੜ ਰੇੜੇ ਪਾਉਣਾ। ਫਿਰ ਘਰ ਦੇ ਜੀਆਂ ਵਿੱਚੋਂ ਕਿਸੇ ਦਾ ਲੂਣਦਾਨੀ, ਕਿਸੇ ਦਾ ਚਕਲਾ ਲਿਆਉਣਾ ਤੇ ਕਿਸੇ ਦਾ ਮੰਜੇ ਬੁਣ ਲੈਣਾ, ਦੀਵਾਲੀ ਮਨਾਉਣ ਲਈ ਦੀਵਾ ਜਗਾ ਕੇ ਸ਼ਗਨ ਕਰਨਾ ਤੇ ਲਿਆਂਦੀ ਮਠਿਆਈ ਖਾ ਕੇ ਬੱਚਿਆਂ ਦਾ ਖੁਸ਼ ਹੋਣਾ, ਆਪਣੇ ਪੁਰਾਣੇ ਘਰਾਂ ਨੂੰ ਯਾਦ ਕਰਕੇ ਦੁਖੀ ਹੋਣਾ, ਨਾਲ ਹੀ ਨਿੱਕੀਆਂ ਨਿੱਕੀਆਂ ਖੁਸ਼ੀਆਂ ਦਾ ਪ੍ਰਵੇਸ਼ ਕਰਨਾ, ਕੰਮ ਕਰਨ ਲਈ ਦੁਕਾਨ ਤੇ ਜ਼ਮੀਨ ਦਾ ਠੇਕੇ ਉੱਤੇ ਮਿਲਣਾ, ਭੂਆ ਵਰਗੀ ਵਿਹਲੀ ਰਹਿਣ ਵਾਲੀ ਤੀਵੀ ਨੂੰ ਵੀ ਘਰ ਦੇ ਕੰਮਾਂ ਵਿੱਚ ਲੱਗ ਜਾਣਾ, ਜ਼ਮੀਨ ਵਿੱਚੋਂ ਪੈਦਾਵਾਰ ਲੈਣ ਲਈ ਖਰਚ ਪੂਰੇ ਕਰਨ ਖਾਤਰ ਸਭ ਔਰਤਾਂ ਦਾ ਆਪਣੇ ਆਪਣੇ ਗਹਿਣੇ ਦੇਣਾ, ਕਲੇਮ ਭਰੇ ਜਾਣਾ, ਘਰ ਵਿੱਚ ਫਿਜ਼ਾ ਦਾ ਬਦਲਣ ਲੱਗ ਪੈਣਾ, ਦੀਵੇ ਦੀ ਥਾਂ ਲਾਲਟਨ ਦਾ ਆ ਜਾਣਾ ਤੇ ਸੁੱਕੀਆਂ ਰੋਟੀਆਂ ਦੀ ਥਾਂ ਡਾਲਡੇ ਘਿਓ ਦੇ ਪਰੌਂਠੇ ਪੱਕਣ ਲੱਗ ਪੈਣਾ, ਘਰ ਵਿੱਚ ਸਟੂਲ ਤੇ ਪੱਥਰ ਦੀ ਕੁੰਡੀ ਦਾ ਆ ਜਾਣਾ ਤੇ ਚੱਟੂ ਨੂੰ ਬੇਕਾਰ ਚੀਜ਼ ਸਮਝ ਕੇ ਬਾਲਣ ਵਾਲੀ ਗੁੱਠ ਵਿੱਚ ਸੁੱਟ ਦੇਣਾ, ਭਿੰਦਰ ਵਰਗੇ ਮੁੰਡੇ ਦਾ ਆਪਣੀ ਕਿਤਾਬਾਂ ਕਾਪੀਆਂ ਦੇ ਖਰਚੇ ਵਿੱਚੋਂ ਪੈਸੇ ਬਚਾ ਕੇ ਖਰੀਦੀਆਂ ਕੁਕੜੀਆਂ ਤੇ ਆਂਡਿਆਂ ਤੋਂ ਆਮਦਨ ਪੈਦਾ ਕਰਨ ਲੱਗ ਪੈਣਾ, ਰਿਫਿਊਜੀ ਹੋਣ ਦੇ ਨਾਤੇ ਵੱਡੇ ਭਰਾ ਨੂੰ ਮਿਲੇ ਕੋਟ ਦੀ ਵਰਤੋਂ ਹੋਰਨਾਂ ਜੀਆਂ ਦੁਆਰਾ ਵੀ ਕਰ ਲੈਣਾ, ਫਿਰ ਇੱਕ ਤੋਕੜ ਮੱਝ ਲੈ ਆਉਣਾ, ਹੌਲੀ ਹੌਲੀ ਪਾਕਿਸਤਾਨ ਵਿੱਚ ਰਹਿ ਗਏ ਮਕਾਨਾਂ ਤੇ ਵਿਛੜੇ ਚੁੱਕੇ ਜੀਆਂ ਦਾ ਦੁੱਖ ਭੁੱਲਦੇ ਜਾਣਾ, ਆੜਤ ਦੀ ਦੁਕਾਨ ਦਾ ਪੱਕੀ ਹੋਣਾ, ਜ਼ਮੀਨ ਵਿੱਚ ਚੰਗੀ ਆਮਦਨ ਹੋਣ ਲੱਗ ਪੈਣਾ, ਕਲੇਮਾਂ ਦੇ ਪੈਸੇ ਮਿਲ ਜਾਣਾ, ਬੱਚਿਆਂ ਦਾ ਚੰਗੇ ਸਕੂਲਾਂ ਵਿੱਚ ਪੜ੍ਹਨ ਲੱਗ ਪੈਣਾ, ਸਕੂਲ ਜਾਣ ਵਾਲੇ ਮੁੰਡੇ ਨੂੰ ਸਾਈਕਲ ਮਿਲ ਜਾਣਾ, ਤਾਏ ਦੇ ਮੁੰਡੇ ਦੀ ਚੰਗੇ ਘਰ ਵਿੱਚ ਮੰਗਣੀ ਹੋ ਜਾਣਾ ਤੇ ਉਹ ਚੱਟੂ ਜਿਹੜਾ ਕਦੇ ਉਹਨਾਂ ਦੀ ਜ਼ਿੰਦਗੀ ਨੂੰ ਮੁੜ ਉਸਾਰਨ ਦਾ ਮੁੱਢ ਬਣਿਆ ਸੀ ਤੇ ਜਿਸ ਨੂੰ ਸੰਭਾਲਦੀ ਹੋਈ ਕੁੜੀ ਗੱਡੀ ਥੱਲੇ ਆਉਣ ਲੱਗੀ ਸੀ ਤਾਂ ਘਰ ਦੇ ਵਿੱਚ ਨਿਰਾਰਥਕ ਜਿਹੀ ਚੀਜ਼ ਬਣ ਜਾਣਾ ਤੇ ਉਸ ਉੱਤੇ ਘੋੜੇ ਦਾ ਚੱਲਣਾ ਸਭ ਦੇ ਮਨੋਰੰਜਨ ਦਾ ਸਾਧਨ ਬਣਨਾ ਆਦਿ ਘਟਨਾਵਾਂ ਪਾਕਿਸਤਾਨ ਤੋਂ ਉੱਜੜ ਕੇ ਆਏ ਪਰਿਵਾਰਾਂ ਦੀ ਢਹਿ ਕੇ ਉਸਾਰੀ ਜ਼ਿੰਦਗੀ ਦੀ ਗਾਥਾ ਨੂੰ ਹੀ ਪੇਸ਼ ਕਰਦੀਆਂ ਹਨ। ਇਸ ਦੇ ਨਾਲ ਹੀ ਇਸ ਕਹਾਣੀ ਵਿੱਚ ਪਾਕਿਸਤਾਨ ਤੋਂ ਉੱਜੜਨ ਸਮੇਂ ਲੋਕਾਂ ਨੂੰ ਪੇਸ਼ ਆਈਆਂ ਦੁਸ਼ਵਾਰੀਆਂ, ਮੁਸ਼ਕਲਾਂ ਤੇ ਮਾਨਸਿਕ ਸੰਤਾਪਾਂ ਤੇ ਸਦਮਿਆਂ ਦਾ ਵੀ ਇਸ ਕਹਾਣੀ ਦੇ ਵਿੱਚ ਖੂਬ ਚਿਤਰਨ ਹੋਇਆ ਹੈ। ਪਰੰਤੂ ਕਥਾ ਕਹਾਣੀ ਪੁਸਤਕ ਦੀ ਸੰਪਾਦਕਾ ਦੇ ਕਥਨ ਅਨੁਸਾਰ ਇਸ ਕਹਾਣੀ ਦੀ ਲੇਖਿਕਾ ਇਹਨਾਂ ਸਦਮਿਆਂ ਦਾ ਰੁਦਨ ਸਿਰਜਣ ਦੀ ਥਾਂ ਕੁਕਨੂਸ ਵਾਂਗ ਸਵਾਹ ਵਿੱਚੋਂ ਜਿਉਂਦਾ ਹੋ ਕੇ ਉੱਠਦੇ ਬੰਦੇ ਵਿੱਚ ਦਿਲਚਸਪੀ ਰੱਖਦੀ ਹੈ। ਮੌਤ ਤੋਂ ਉਰੇ ਬਚ ਗਏ ਬੰਦੇ ਵਿੱਚ ਜਿਉਣ ਦੀ ਲੋਚਾ, ਤਸੱਲੀ ਅਤੇ ਛੇਤੀ ਤੋਂ ਛੇਤੀ ਜ਼ਿੰਦਗੀ ਦਾ ਜੀਵਨ ਰੌਂ ਵਿੱਚ ਪਰਤ ਆਉਣ ਦੀ ਤਾਂ ਉਸ ਦੀ ਕਹਾਣੀ ਦੀ ਇੱਕ ਅਹਿਮ ਦ੍ਰਿਸ਼ਟੀ ਹੈ। ਇਸ ਕਹਾਣੀ ਵਿੱਚ ਚੱਟੂ ਨੂੰ ਤਹਿ ਕਰਕੇ ਫਾੜਦੇ ਪਾਤਰ ਉਜਾੜੇ ਦਾ ਸਾਰਾ ਗਮ ਤੇ ਤਰਾਸ ਠਾਹ ਕਰਦੇ ਹਾਸੇ ਵਿੱਚ ਖੋਰ ਦਿੰਦੇ ਹਨ। ਮਨੁੱਖੀ ਸਮਰੱਥਾ ਵਿੱਚ ਵਿਸ਼ਵਾਸ ਹਰ ਭਿਆਨਕ ਅਤੇ ਬੰਜਰ ਸਥਿਤੀ ਵਿੱਚੋਂ ਜੇਤੂ ਹੋ ਕੇ ਨਿਕਲਦੀਆਂ ਜੂਝ ਦੀ ਮਨੁੱਖਤਾ ਦਾ ਪ੍ਰਮਾਣ ਹੈ। ਇਸ ਪ੍ਰਕਾਰ ਇੱਕ ਇਤਿਹਾਸਿਕ ਸੰਦਰਭ ਵਿੱਚ ਲਿਖੀ ਇੱਕ ਸੁੰਦਰ ਜਥਾਰਿਕ ਤੇ ਮਨੋਵਿਗਿਆਨਿਕ ਕਹਾਣੀ ਹੈ। ਸੋ ਵਿਦਿਆਰਥੀਓ, ਇਹ ਸੀ ਚੱਟੂ ਕਹਾਣੀ ਦਾ ਵਿਸ਼ਾ ਵਸਤੂ। ਆਓ ਹੁਣ ਚੱਟੂ ਕਹਾਣੀ ਦੇ ਪਾਤਰਾਂ ਨਾਲ ਜਾਣ ਪਛਾਣ ਕਰੀਏ। ਚੱਟੂ ਕਹਾਣੀ ਦੇ ਪਾਤਰ ਪਾਕਿਸਤਾਨ ਬਣਨ ਸਮੇਂ ਉਜਾੜੇ ਦੇ ਦੰਗਿਆਂ ਦੀ ਮਾਰ ਖਾਂਦੇ ਹੋਏ ਨਨਕਾਣਾ ਸਾਹਿਬ ਤੇ ਅੰਮ੍ਰਿਤਸਰ ਦੇ ਲਾਗਲੇ ਇੱਕ ਪਿੰਡ ਵਿੱਚੋਂ ਹੁੰਦੇ ਹੋਏ ਲੁਧਿਆਣੇ ਪਹੁੰਚਦੇ ਹਨ। ਇਹਨਾਂ ਵਿੱਚ ਦਾਦਾ ਦਾਦੀ, ਮਾਂ ਬਾਪ, ਤਾਇਆ ਤਾਈ, ਚਾਚਾ ਚਾਚੀ, ਉਹਨਾਂ ਦੇ 2 ਮੁੰਡੇ ਤੇ 2 ਕੁੜੀਆਂ ਤੇ ਉਹਨਾਂ ਦੇ ਮੁੰਡਿਆਂ ਤੋਂ ਇਲਾਵਾ ਭੂਆ ਤੇ ਉਸ ਦਾ ਮੁੰਡਾ ਭਿੰਦਰ ਸ਼ਾਮਲ ਹਨ। ਉਹ ਪਿੱਛੇ ਗਾਡਰਾਂ ਵਾਲਾ ਮਕਾਨ ਛੱਡ ਕੇ ਆਏ ਸਨ। ਇਸੇ ਕਰਕੇ ਲੁਧਿਆਣੇ ਵਿੱਚ ਬਾਲਿਆਂ ਕੜੀਆਂ ਵਾਲਾ ਮਕਾਨ ਦੇ ਕੇ ਦਾਦੀ ਨੇ ਲੰਮਾ ਹੌਂਕਾ ਲਿਆ ਸੀ। ਕਹਾਣੀ ਵਿੱਚ ਇਹ ਸਾਰੇ ਰਿਸ਼ਤੇ ਵੱਡੀ ਕੁੜੀ ਨਾਲ ਸੰਬੰਧਿਤ ਹਨ। ਦਾਦੀ, ਮਾਂ, ਤਾਈ, ਚਾਚੀ ਸਭੇ ਆਪਣੇ ਇਸ ਸਾਂਝੇ ਪਰਿਵਾਰ ਦੀ ਸੰਭਾਲ ਲਈ ਜਿਹੋ ਜਿਹਾ ਵੀ ਮਿਲਦਾ ਹੈ ਉਹੋ ਜਿਹਾ ਰੁੱਖਾ ਸੁੱਖਾ ਖਾਣਾ ਤਿਆਰ ਕਰਦੇ। ਮਾਂ ਮਸਾਲਾ ਕੁੱਟ ਲਈ ਚੱਟੂ ਸੰਭਾਲ ਕੇ ਸੋਟਾ ਨਾਲ ਦੇ ਘਰੋਂ ਮੰਗ ਲੈਂਦੀ ਹੈ। ਦਾਦੀ ਕਿਤੋਂ ਲੱਸੀ ਮੰਗ ਲੈਂਦੀ ਹੈ ਤੇ ਲਾਲ ਮਿਰਚਾਂ ਤੇ ਲੂਣ ਰਗੜ ਲੈਂਦੀ ਹੈ ਤੇ ਰੋਟੀ ਖਾਣ ਲਈ ਲਸਣ ਪੁਲਾਅ ਤਿਆਰ ਕਰ ਲੈਂਦੀ ਹੈ। ਉਹ ਤੰਦੂਰੀ ਤੇ ਹੌਲੀ ਤੰਦੂਰੀ ਰੋਟੀਆਂ ਬਣਾ ਲੈਂਦੀ ਹੈ। ਕੁੜੀ ਦੇ ਮਾਮੇ ਦੇ ਲਾਪਤਾ ਹੋਣ ਬਾਰੇ ਸੁਣ ਕੇ ਉਸਦੀ ਮਾਂ ਹੌਕੇ ਭਰ ਕੇ ਰੋਂਦੀ ਹੈ। ਚਾਚੀ ਤੇ ਤਾਈ ਉਸਨੂੰ ਹੌਸਲਾ ਦਿੱਤਾ ਸੀ। ਦਾਦੇ ਨੂੰ ਖੰਘ ਆਉਂਦੀ ਸੀ ਤੇ ਕੱਪੜਿਆਂ ਦਾ ਭਰਿਆ ਥੈਲਾ ਚੁੱਕ ਕੇ ਉਸਦਾ ਸਾਹ ਨਾਲ ਸਾਹ ਨਹੀਂ ਸੀ ਰਲ ਰਿਹਾ। ਚਾਚੇ ਨੇ ਪਿਆਰ ਹਸਮੁਖ ਮਾਂ ਨੂੰ
ਗੱਡੀ ਚੜਾਉਣ ਲਈ ਕਧਾੜੇ ਉੱਤੇ ਚੁੱਕ ਲਿਆ ਸੀ। ਦਾਦੇ ਦਾ ਸੁਭਾਅ ਜਰਾ ਬੇਪਰਵਾਹੀ ਭਰਿਆ ਸੀ, ਪਰੰਤੂ ਦਾਦੀ ਸੋਚਾਂ 'ਚ ਡੁੱਬੀ ਤੇ ਫਿਕਰਮੰਦ ਸੀ। ਕੁਝ ਬੱਚਿਆਂ ਨੇ ਨਨਕਾਣਾ ਸਾਹਿਬ ਦੇ ਖਾਲਸਾ ਸਕੂਲ ਦੀ ਲਾਇਬ੍ਰੇਰੀ ਤੋਂ ਮਿਲੀਆਂ ਤਸਵੀਰਾਂ ਵਾਲੀਆਂ ਅੰਗਰੇਜ਼ੀ ਦੀਆਂ ਕਿਤਾਬਾਂ ਸਾਂਭ ਲਈਆਂ ਸਨ। ਬੱਚਿਆਂ ਵਿੱਚੋਂ ਭਿੰਦਰ ਨੂੰ ਕਿਤਾਬ ਪੜ੍ਹਨ ਦਾ ਸ਼ੌਂਕ ਸੀ ਤੇ ਸਾਰੇ ਬੱਚੇ ਦਿਓ ਪਰੀ ਦੀਆਂ ਕਹਾਣੀਆਂ ਬੜੇ ਸ਼ੌਂਕ ਨਾਲ ਸੁਣਦੇ ਸਨ। ਕੁੜੀ ਮਾਂ ਦੀ ਕਹਿਦਾਰ ਸੀ, ਇਸੇ ਕਰਕੇ ਉਸਨੇ ਮਾਂ ਦੀ ਇੱਛਾ ਅਨੁਸਾਰ ਨਾਲ ਲਿਜਾਣ ਲਈ ਚੱਟੂ ਆਪਣੇ ਸਿਰ ਉੱਤੇ ਰੱਖ ਲਿਆ ਸੀ। ਲੁਧਿਆਣੇ ਪਹੁੰਚ ਕੇ ਸਾਰੀਆਂ ਤੀਵੀਆਂ ਨਵੇਂ ਘਰ ਦੀ ਸਾਂਭ ਸੰਭਾਲ ਤੇ ਹੌਲੀ-ਹੌਲੀ ਨਵ ਨਿਰਮਾਣ ਵਿੱਚ ਜੁੜ ਜਾਂਦੀਆਂ ਹਨ। ਤਾਈ ਭੱਜ ਕੇ ਬਾਜ਼ਾਰੋਂ ਬੋਕਰ ਲੈ ਆਉਂਦੀ ਹੈ ਤੇ ਤਾਈ, ਚਾਚੀ ਤੇ ਕੁੜੀ ਦੀ ਮਾਂ ਮਿਲ ਕੇ ਸਾਰੇ ਕਮਰਿਆਂ ਦੀ ਸਫਾਈ ਕਰ ਦਿੰਦੀਆਂ ਹਨ। ਦਾਦੀ ਜੀ ਦੇ ਲਿਆਂਦੇ ਚੌਲਾਂ ਤੇ ਦਾਲ ਦੀ ਖਿਚੜੀ ਬਣ ਜਾਂਦੀ ਹੈ। ਦਾਦੀ ਸਵੇਰੇ ਕੁਝ ਲੂਣ, ਸਾਬਤ ਮਿਰਚਾਂ ਤੇ ਧਨੀਆ ਖਰੀਦ ਲਿਆਉਂਦੀ ਹੈ ਤੇ ਨਾਲ ਹੀ ਚੱਟੂ ਦੇ ਮਿਰਚ ਦਾ ਡੰਡਾ। ਘਰ ਵਿੱਚ ਸਰੋਂ ਦਾ ਤੇਲ ਤੇ ਦੀਵਾ ਜਗਣ ਲੱਗ ਪੈਂਦਾ ਹੈ। ਮਾਰਵਾੜ ਦੀਆਂ ਖਬਰਾਂ ਨਾਲ ਸਾਰੇ ਦਹਿਲ ਜਾਂਦੇ ਹਨ। ਉਹਨਾਂ ਨੂੰ ਪਿੱਛੇ ਰਹਿ ਕੇ ਫੁੱਫੜ ਨਾਲ ਸੰਬੰਧਿਤ ਘਟਨਾ ਨੇ ਵੀ ਬਹੁਤ ਦੁਖੀ ਕੀਤਾ, ਪਰੰਤੂ ਸਾਰੇ ਟੱਬਰ ਦੇ ਬੰਦੇ ਆਪੋ ਆਪਣੀ ਥਾਂ ਘਰ ਦੇ ਪਰਿਵਾਰ ਨੂੰ ਨਵੇਂ ਸਿਰ ਵਸਾਉਣ ਵਿੱਚ ਜੁਟੇ ਹੋਏ ਹੁੰਦੇ ਹਨ ਤੇ ਹੌਲੀ-ਹੌਲੀ ਸਾਰਿਆਂ ਦੁਆਰਾ ਜ਼ਿੰਮੇਵਾਰੀ ਨਾਲ ਕੰਮ ਕਰਨ ਨਾਲ ਉਹਨਾਂ ਦੀ ਜ਼ਿੰਦਗੀ ਰੜ ਪਈ। ਨਿਆਣੇ ਸਕੂਲਾਂ ਵਿੱਚ ਪੜ੍ਹਨ ਲੱਗ ਪਏ। ਭੂਆ ਜਿਸ ਨੇ ਕਦੇ ਕੱਖ ਭੰਨ ਕੇ ਦੂਰਾ ਨਹੀਂ ਸੀ ਕੀਤਾ, ਉਹ ਵੀ ਸਿਰ ਪਈ ਉੱਤੇ ਘਰ ਦੇ ਕੰਮ ਕਰਨ ਲੱਗ ਪਈ ਸੀ। ਸਫਾਈ ਦੀ ਸ਼ੌਂਕਣ ਦਾਦੀ ਬਾਜ਼ਾਰੋਂ ਦੰਬ ਦਾ ਝਾੜੂ ਖਰੀਦ ਲਿਆਈ ਸੀ। ਉਹ ਮੂੰਹ ਹਨੇਰੇ ਸਾਰੇ ਕਮਰੇ ਹੂੰਝ ਕੇ ਸਾਫ਼ ਕਰ ਦਿੰਦੀ, ਪਰ ਜਦੋਂ ਥੱਕ ਜਾਂਦੀ ਤਾਂ ਕੱਚੀ ਕੰਧ ਨਾਲ ਢਾਸਣਾ ਲਾ ਕੇ ਰੋਣ ਲੱਗ ਪੈਂਦੀ। ਚਾਚੇ ਨੂੰ ਸਬਜ਼ੀ ਮੰਡੀ ਵਿੱਚ ਆੜ੍ਹਤੇ ਦੀ ਦੁਕਾਨ ਮਿਲ ਗਈ ਤੇ ਫਿਰ ਸ਼ਹਿਰ ਦੇ ਗੰਦੇ ਨਾਲੇ ਵਾਲੀ ਸਾਰੀ ਜ਼ਮੀਨ ਦਾ ਠੇਕਾ ਮਿਲ ਗਿਆ ਸੀ। ਠੇਕੇ ਉੱਤੇ ਲਈ ਜ਼ਮੀਨ ਤੇ ਖੇਤੀ ਕਰਨ ਲਈ ਬੀਜ ਤੇ ਬਲਦ ਆਦਿ ਖਰੀਦਣ ਲਈ ਸਾਰੀਆਂ ਔਰਤਾਂ ਨੇ ਆਪੋ ਆਪਣੇ ਗਹਿਣੇ ਦੇ ਦਿੱਤੇ। ਘਰ ਵਿੱਚ ਇੱਕ ਲਾਲਟੇਨ ਆ ਗਈ ਤੇ ਡਾਲਡੇ ਘਿਓ ਦੇ ਪਰੌਂਠੇ ਪੱਕਣ ਲੱਗ ਗਏ। ਜਦ ਕਿ ਨਵਾਂ ਆਇਆ ਡਾਲਡਾ ਪਹਿਲਾਂ ਕਿਸੇ ਨੂੰ ਪਸੰਦ ਨਹੀਂ ਸੀ। ਸਾਰੇ ਜਾਣੇ ਮਰਦ ਸਵੇਰੇ ਸਵੇਰੇ ਕੰਮਾਂ ਉੱਤੇ ਜਾਣ ਲੱਗ ਪਏ। ਦਾਦਾ ਜੀ ਖੱਦਰ ਦਾ ਸੂਟ ਪਾਈ, ਹੱਥ ਵਿੱਚ ਥੈਲਾ ਫੜ ਕੇ ਆੜ੍ਹਤ ਦੀ ਦੁਕਾਨ ਤੇ ਜਾ ਬੈਠਦੇ ਤੇ ਆਉਂਦੇ ਹੋਏ ਫਾਲ ਅਤੇ ਉਰਦੂ ਦੀ ਅਖਬਾਰ ਲੈ ਆਉਂਦੇ। ਉਹ ਧੁੱਪੇ ਮੰਜੀ ਡਾਹ ਕੇ ਇੱਕ ਇੱਕ ਖਬਰ ਉੱਚੀ ਉੱਚੀ ਪੜ੍ਹ ਕੇ ਸੁਣਾਉਂਦੇ। ਜਿੱਥੇ ਜਨਾਹ ਦੇ ਨਹਿਰੂ ਦਾ ਨਾਂ ਆ ਜਾਂਦਾ, ਦਾਦੀ ਦੋਹਾਂ ਨੂੰ ਗਾਲਾਂ ਕੱਢਦੀ। ਦਾਦਾ ਜੀ ਦੇ ਚੁੱਪ ਕਰਾਉਣ ਤੇ ਵੀ ਚੁੱਪ ਨਾ ਕਰਦੀ। ਭੂਆ ਦੇ ਪਤੀ ਦੇ ਮਾਰੇ ਜਾਣ ਕਰਕੇ ਉਸ ਦੀ ਆਰਥਿਕ ਹਾਲਤ ਵਧੇਰੇ ਖਸਤਾ ਸੀ। ਪੈਸਿਆਂ ਬਾਰੇ ਸੋਚੀ ਤਾਂ ਵਿਚਕਾਰਲਾ ਭਿੰਦਰ ਠੋਡੀ ਉੱਤੇ ਹੱਥ ਰੱਖ ਕੇ ਕਿੰਨਾ ਚਿਰ ਸੋਚਦਾ ਰਹਿੰਦਾ। ਸਾਰਿਆਂ ਦੀ ਮਿਹਨਤ ਨਾਲ ਘਰ ਵਿੱਚ ਖੁਸ਼ਹਾਲੀ ਵਧ ਰਹੀ ਸੀ। ਭਿੰਦਰ ਨੇ ਸ਼ਾਇਦ ਕਿਤਾਬਾਂ ਲਈ ਮਿਲੇ ਪੈਸਿਆਂ ਵਿੱਚੋਂ ਕੁਝ ਪੈਸੇ ਬਚਾ ਕੇ 2 ਕੁਕੜੀਆਂ ਖਰੀਦ ਲਿਆਂਦੀਆਂ। ਕੁਕੜੀਆਂ ਆਂਡੇ ਦਿੰਦੀ ਤਾਂ ਸਾਰੇ ਨਿਆਣੇ ਭੱਜ ਕੇ ਵੇਖਣ ਜਾਂਦੇ। ਭਿੰਦਰ ਆਂਡਾ ਵੇਚ ਕੇ ਇੱਕ ਆਨਾ ਮਾਂ ਦੀ ਤਲੀ ਉੱਤੇ ਲਿਆ ਰੱਖਦਾ। ਕੁੜੀ ਤੇ ਵੱਡੇ ਭਰਾ ਨੂੰ ਰਿਫਿਊਜੀ ਹੋਣ ਕਰਕੇ ਕਾਲਜ ਵਿੱਚੋਂ ਇੱਕ ਕਾਲਾ ਕੋਟ ਮਿਲਿਆ ਸੀ, ਜਿਸ ਨੂੰ ਸਾਰੇ ਨਿਆਣੇ ਵਾਰੀ ਪਾ ਕੇ ਬਹੁਤ ਖੁਸ਼ ਹੋਏ ਸਨ। ਕੋਟ ਨੂੰ ਸਵੇਰੇ ਕਾਲਜ ਜਾਣ ਸਮੇਂ ਕੁੜੀ ਦਾ ਭਰਾ ਪਾਉਂਦਾ ਤੇ ਰਾਤੀ ਖੇਤਾਂ ਵਿੱਚ ਫੇਰਾ ਮਾਰਨ ਗਿਆ ਬਾਪੂ ਪਾ ਲੈਂਦਾ। ਹੁਣ ਘਰ ਵਿੱਚ ਮੱਝ ਵੀ ਆ ਗਈ ਤੇ ਸਾਰਿਆਂ ਨੂੰ ਪੀਣ ਲਈ ਦੁੱਧ ਮਿਲਣ ਲੱਗ ਪਿਆ। ਇਹਨਾਂ ਦਿਨਾਂ ਵਿੱਚ ਭੂਆ ਦਾ ਮੁੰਡਾ ਭਿੰਦਰ ਬੁਖਾਰ ਹੋਣ ਨਾਲ ਮਰ ਗਿਆ, ਜਿਸ ਦਾ ਸਭ ਦੇ ਮਨ ਉੱਤੇ ਬਹੁਤ ਦੁੱਖ ਦਾ ਅਸਰ ਪਿਆ। ਇਸ ਵਿੱਚੋਂ ਘਰ ਖੁਸ਼ਹਾਲੀ ਹੋਰ ਵੱਧ ਗਈ। ਕੰਮਕਾਰ ਪੱਕੇ ਹੋ ਗਏ। ਬੱਚੇ ਸਭ ਤੋਂ ਚੰਗੇ ਸਕੂਲਾਂ ਵਿੱਚ ਪੜ੍ਹਨ ਲੱਗ ਪਏ। ਭੂਆ ਨੂੰ ਫੁੱਫੜ ਨਾਲ ਸਾਂਝੇ ਅਕਾਊਂਟ ਵਿੱਚੋਂ ਭਾਰੀ ਰਕਮ ਮਿਲ ਗਈ। ਤਾਏ ਦਾ ਵੱਡਾ ਮੁੰਡਾ ਚੰਗੀ ਨੌਕਰੀ ਉੱਤੇ ਲੱਗ ਗਿਆ। ਗੰਦੇ ਨਾਲੇ ਦੀ ਭੋਏ ਤੋਂ ਵਾਹਵਾ ਕਮਾਈ ਹੋਣ ਲੱਗ ਪਈ। ਤਾਏ ਦੇ ਮੁੰਡੇ ਦੀ ਮੰਗਣੀ ਇੱਕ ਚੰਗੇ ਖਾਂਦੇ ਪੀਂਦੇ ਘਰ ਵਿੱਚ ਹੋ ਗਈ ਤੇ ਸਾਰਾ ਟੱਬਰ ਵਿਆਹ ਵਿੱਚ ਰੁੱਝ ਗਿਆ। ਇਹ ਸਾਰਾ ਕੁਝ ਪਰਿਵਾਰ ਦੇ ਸਾਰੇ ਜੀਆਂ ਦੇ ਅਣਥੱਕ ਮਿਹਨਤੀ, ਮਿਲਵਰਤਨ ਵਾਲੇ, ਦੁੱਖ ਤਕਲੀਫਾਂ ਵਿੱਚੋਂ ਲੰਘਦਿਆਂ ਝੂਰਦੇ ਨਾ ਰਹਿਣ ਵਾਲੇ ਅਤੇ ਸਬਰ ਸੰਤੋਖ ਵਾਲੇ ਹੋਣ ਕਰਕੇ ਹੀ ਸੰਭਵ ਹੋਇਆ। ਸੋ ਇਹ ਸੀ ਵਿਦਿਆਰਥੀਓ ਚੱਟੂ ਕਹਾਣੀ ਦੇ ਪਾਤਰਾਂ ਦੀ ਜਾਣ ਪਛਾਣ। ਆਓ ਹੁਣ ਪ੍ਰਸੰਗ ਦੱਸ ਕੇ ਵਿਆਖਿਆ ਕਰੀਏ। ਇਸ ਰੁੜ ਜਾਣੀ ਨੇ ਚੱਟੂ ਨਾ ਛੱਡਿਆ, ਭਾਵੇਂ ਗੱਡੀ ਉੱਤੋਂ ਦੀ ਲੰਘ ਜਾਂਦੀ। ਪ੍ਰਸੰਗ ਇਹ ਸ਼ਬਦ ਕਥਾ ਕਹਾਣੀ ਸੰਗ੍ਰਹਿ ਵਿੱਚ ਸੰਗ੍ਰਹਿਤ ਸੁਖਵੰਤ ਕੌਰ ਮਾਨ ਦੀ ਕਹਾਣੀ ਚੱਟੀ ਵਿੱਚੋਂ ਲਏ ਗਏ ਹਨ। ਇਹ ਸ਼ਬਦ ਤਾਈ ਕਹਾਣੀ ਦੇ ਅੰਤ ਵਿੱਚ ਉਦੋਂ ਕਹਿੰਦੀ ਹੈ ਜਦੋਂ ਬਾਲਣ ਵਿੱਚੋਂ ਪੁਰਾਣਾ ਚੱਟੂ ਨਿਕਲ ਆਉਂਦਾ ਹੈ ਤੇ ਤਾਈ ਨੂੰ ਹੋਰਨਾਂ ਸਮੇਤ ਉਸ ਨਾਲ ਸੰਬੰਧਿਤ ਕੁੜੀ ਵਾਲੀ ਘਟਨਾ ਯਾਦ ਆ ਜਾਂਦੀ ਹੈ। ਵਿਆਖਿਆ ਤਾਈ ਕਹਿੰਦੀ ਹੈ ਕਿ ਜਦੋਂ ਚੱਟੂ ਸਿਰ ਤੇ ਚੁੱਕੀ ਕੁੜੀ ਅੰਮ੍ਰਿਤਸਰ ਰੇਲਵੇ ਸਟੇਸ਼ਨ ਉੱਤੇ ਗੱਡੀ ਫੜਨ ਲਈ ਦੌੜਦੀ ਲਾਈਨਾਂ ਵਿੱਚ ਅੜ ਕੇ ਡਿੱਗ ਪਈ ਸੀ ਤਾਂ ਉਸਨੇ ਚੱਟੂ ਨੂੰ ਨਹੀਂ ਸੀ ਛੱਡਿਆ। ਉਸ ਸਮੇਂ ਭਾਵੇਂ ਉਹ ਚੱਟੂ ਨੂੰ ਸੰਭਾਲਦੀ ਗੱਡੀ ਹੇਠਾਂ ਆ ਕੇ ਮਾਰੀ ਹੀ ਜਾਂਦੀ। ਅੱਗੇ, ਹਾਏ ਤੂੰ ਉਹੀ ਚੱਟੂ ਏ, ਤੇਰੀ ਓਏ, ਤੈਨੂੰ ਚੁੱਕੀ ਸਾਡੀ ਕੁੜੀ ਭਾਵੇਂ ਗੱਡੀ ਦੀ ਲਾਈਨ ਵਿੱਚ ਹੇਠ ਆ ਕੇ ਮਰ ਜਾਂਦੀ। ਪ੍ਰਸੰਗ ਇਹ ਸ਼ਬਦ ਕਥਾ ਕਹਾਣੀ ਸੰਗ੍ਰਹਿ ਵਿੱਚ ਸੰਗ੍ਰਹਿਤ ਸੁਖਵੰਤ ਕੌਰ ਮਾਂ ਦੀ ਕਹਾਣੀ ਚੱਟੂ ਵਿੱਚੋਂ ਲਏ ਗਏ ਹਨ। ਇਹ ਸ਼ਬਦ ਕਹਾਣੀ ਦੇ ਅੰਤ ਵਿੱਚ ਲੱਕੜਾਂ ਪਾੜਦੇ ਤਾਏ ਦੇ ਮੁੰਡੇ ਨੇ ਜਦੋਂ ਤਾਈ ਦੇ ਮੂੰਹੋਂ ਸੁਣਿਆ ਕਿ ਚੱਟੂ ਨੇ ਕੁੜੀ ਦੀ ਜ਼ਿੰਦਗੀ ਨੂੰ ਖਤਰੇ ਵਿੱਚ ਪਾ ਦਿੱਤਾ ਸੀ ਤਾਂ ਉਸਨੇ ਚੱਟੂ ਦੇ ਜੋ ਕਿ ਕਦੇ ਉਹਨਾਂ ਦੀ ਉਜੜੀ ਪੁਜੜੀ ਜ਼ਿੰਦਗੀ ਨੂੰ ਉਸਾਰਨ ਦਾ ਆਧਾਰ ਬਣਿਆ ਸੀ, ਪਰ ਹੁਣ ਉਹ ਬੇਕਾਰ ਚੀਜ਼ ਜਾਪਦਾ ਸੀ ਤੇ ਕੁੜੀ ਦੀ ਜ਼ਿੰਦਗੀ ਨੂੰ ਖਤਰੇ ਵਿੱਚ ਪਾਉਣ ਦਾ ਬਦਲਾ ਲੈਣ ਲਈ ਹਾਸੇ ਨਾਲ ਹੀ ਕਹੇ ਦੇ ਨਾਲ ਹੀ ਕੁਹਾੜੇ ਦੇ ਇੱਕ ਹੋਕੋ ਵਾਰ ਨਾਲ ਉਸ ਨੂੰ 2 ਫੜ ਕਰ ਦਿੱਤਾ ਸੀ। ਵਿਆਖਿਆ ਤਾਏ ਦੇ ਮੁੰਡੇ ਨੇ ਤਾਈ ਦੀ ਗੱਲ ਸੁਣ ਕੇ ਚੱਟੂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਹੀ ਹੈ ਜਿਸ ਨੂੰ ਚੁੱਕੀ ਉਹਨਾਂ ਦੀ ਕੁੜੀ ਗੱਡੀ ਥੱਲੇ ਆ ਕੇ ਮਰਨ ਲੱਗੀ ਸੀ। ਉਹ ਉਸ ਨੂੰ ਨਹੀਂ ਛੱਡੇਗਾ ਤੇ ਉਸ ਨੂੰ ਕੁਹਾੜੇ ਨਾਲ ਪਾੜ ਕੇ ਉਸ ਤੋਂ ਕੁੜੀ ਦੀ ਜਾਨ ਨੂੰ ਖਤਰੇ ਵਿੱਚ ਪਾਉਣ ਦਾ ਬਦਲਾ ਲਵੇਗਾ ਤੇ ਉਸਨੇ ਇਸ ਤਰ੍ਹਾਂ ਹੀ ਕੀਤਾ। ਇਹਨਾਂ ਸ਼ਬਦਾਂ ਨਾਲ ਕਹਾਣੀਕਾਰ ਕਹਾਣੀ ਨੂੰ ਸਿਖਰ ਉੱਤੇ ਪਹੁੰਚਾ ਦਿੰਦਾ ਹੈ ਤੇ ਇਸ ਨਾਲ ਉਸ ਦਾ ਕਹਾਣੀ ਨੂੰ ਲਿਖਣ ਦਾ ਉਦੇਸ਼ ਪੂਰਾ ਹੋ ਜਾਂਦਾ। ਸੋ ਇਹ ਸੀ ਪ੍ਰਸੰਗ ਸਹਿਤ ਵਿਆਖਿਆ। ਆਓ ਹੁਣ ਇਸ ਕਹਾਣੀ ਨਾਲ ਸੰਬੰਧਿਤ ਪ੍ਰਸ਼ਨ ਉੱਤਰ ਕਰੀਏ। ਪ੍ਰਸ਼ਨ ਨੰਬਰ 1, ਚੱਟੂ ਕਹਾਣੀ ਕਿਸ ਦੀ ਰਚਨਾ ਹੈ? ਉੱਤਰ ਸੁਖਵੰਤ ਕੌਰ ਮਾਨ। ਪ੍ਰਸ਼ਨ ਨੰਬਰ 2,
ਕੁੜੀ, ਮਾਂ, ਬਾਪੂ, ਭਰਾ, ਚਾਚਾ ਚਾਚੀ, ਤਾਇਆ ਤਾਈ, ਦਾਦਾ ਦਾਦੀ, ਭੂਆ, ਭਿੰਦਰ, ਚਾਚੇ ਦਾ ਮੁੰਡਾ, ਤਾਏ ਦਾ ਮੁੰਡਾ ਕਿਸ ਕਹਾਣੀ ਦੇ ਪਾਤਰ ਹਨ? ਉੱਤਰ ਚੱਟੂ। ਪ੍ਰਸ਼ਨ ਨੰਬਰ 3, ਕੁੜੀ ਨੇ ਚੱਟੂ ਕਿਉਂ ਸਿਰ ਉੱਤੇ ਚੁੱਕਿਆ ਹੋਇਆ ਸੀ? ਕਿਉਂਕਿ ਉਸਦੀ ਮਾਂ ਨੇ ਕਿਹਾ ਸੀ ਕਿ ਉਹਨਾਂ ਦੇ ਮਸਾਲਾ ਕੁੱਟਣ ਦੇ ਕੰਮ ਆਵੇਗਾ। ਪ੍ਰਸ਼ਨ ਨੰਬਰ 4, ਮੁਸਲਮਾਨ ਲੋਹਾਰ ਦੇ ਘਰ ਠਹਿਰੇ ਇੱਕ ਪਰਿਵਾਰ ਨੇ ਰੋਟੀ ਕਾਹਦੇ ਨਾਲ ਕਿਸ ਤਰ੍ਹਾਂ ਖਾਧੀ ਸੀ? ਉੱਤਰ, ਮੁਸਲਮਾਨ ਲੋਹਾਰ ਦੇ ਘਰ ਠਹਿਰੇ ਪਰਿਵਾਰ ਨੂੰ ਘਰ ਵਿੱਚ ਇੱਕ ਚੱਟੂ ਮਿਲਿਆ ਸੀ, ਜਿਸ ਵਿੱਚ ਮਾਂ ਨੇ ਪਿਛਲੀ ਕੋਠੜੀ ਵਿੱਚ ਖਿਲਰੀਆਂ ਲਾਲ ਮਿਰਚਾਂ ਇਕੱਠੀਆਂ ਕਰਕੇ ਪਾਈਆਂ ਤੇ ਵਿੱਚ ਲੂਣ ਪਾ ਕੇ ਗੁਆਂਢੀਆਂ ਦੇ ਘਰੋਂ ਲਿਆਂਦੇ ਸੋਟੇ ਨਾਲ ਉਹਨੂੰ ਕੁੱਟ ਲਿਆ ਸੀ। ਉਹਨਾਂ ਦੀ ਦਾਦੀ ਕਿਤੋਂ ਲੱਸੀ ਮੰਗ ਲਿਆਈ ਤੇ ਉਸ ਵਿੱਚ ਲੂਣ ਮਿਰਚ ਪਾ ਕੇ ਉਹਨਾਂ ਲਸਣ ਪੁਲਾਅ ਬਣਾ ਲਿਆ ਸੀ ਤੇ ਜਿਸ ਨਾਲ ਉਹਨਾਂ ਸੁੱਕੀਆਂ ਤੰਦੂਰੀ ਰੋਟੀਆਂ ਖਾ ਲਈਆਂ। ਪ੍ਰਸ਼ਨ ਨੰਬਰ 5, ਉਜਾੜੇ ਸਮੇਂ ਕੁੜੀ ਦੇ ਮਾਮੇ ਤੇ ਫੁੱਫੜ ਨਾਲ ਕੀ ਬੀਤੀ? ਉੱਤਰ, ਉਜਾੜੇ ਸਮੇਂ ਕੁੜੀ ਦਾ ਮਾਮਾ ਆਪਣੀ ਧਿਆਈ ਮਾਂ ਲਈ ਪਾਣੀ ਲੈਣ ਗਿਆ। ਲਾਹੌਰ ਸਟੇਸ਼ਨ ਉੱਤੇ ਉਤਰਿਆ ਪਰ ਮੁੜ ਕੇ ਉਹ ਪਰਤਿਆ ਹੀ ਨਹੀਂ। ਉਸ ਦਾ ਪਤਾ ਹੀ ਨਾ ਲੱਗਾ ਕਿ ਉਹ ਕਿੱਥੇ ਗਿਆ ਹੈ। ਕੁੜੀ ਦਾ ਫੁੱਫੜ ਆਪਣੇ ਪਾਕਿਸਤਾਨ ਵਾਲੇ ਪਿੰਡ ਵਿੱਚ ਹੀ ਰਹਿ ਪਿਆ ਸੀ ਤੇ ਉੱਥੋਂ ਨਾ ਨਿਕਲਣ ਤੇ ਉੱਥੋਂ ਦੇ ਥਾਣੇਦਾਰ ਨੇ ਹੀ ਉਸ ਨੂੰ ਮਾਰ ਦਿੱਤਾ। ਪ੍ਰਸ਼ਨ ਨੰਬਰ 6, ਨਨਕਾਣੇ ਸਾਹਿਬ ਦੇ ਖਾਲਸਾ ਸਕੂਲ ਵਿੱਚ ਠਹਿਰੇ ਪਨਾਹਗੀਰਾਂ ਨੇ ਬਾਲਾਂ ਨਾ ਮਿਲਣ ਦੀ ਹਾਲਤ ਵਿੱਚ ਕੀ ਬਾਲਿਆ? ਉੱਤਰ, ਨਨਕਾਣਾ ਸਾਹਿਬ ਦੇ ਖਾਲਸਾ ਸਕੂਲ ਵਿੱਚ ਠਹਿਰੇ ਪਨਾਹਗੀਰਾਂ ਨੇ ਬਾਲਾਂ ਨਾ ਮਿਲਣ ਦੀ ਸੂਰਤ ਵਿੱਚ ਸਕੂਲ ਦੇ ਡੈਸਕ, ਮੇਜ਼, ਕੁਰਸੀਆਂ ਤੇ ਲਾਇਬ੍ਰੇਰੀ ਦੀਆਂ ਕਿਤਾਬਾਂ ਹੀ ਚੁੱਲ੍ਹਿਆਂ ਵਿੱਚ ਡਾਹ ਕੇ ਬਾਲ ਦਿੱਤੀਆਂ। ਪ੍ਰਸ਼ਨ ਨੰਬਰ 7, ਗੱਡੀ ਵਿੱਚ ਬੈਠੇ ਦਾਦਾ ਦਾਦੀ ਦੀ ਹਾਲਤ ਕੀ ਸੀ? ਉੱਤਰ, ਗੱਡੀ ਵਿੱਚ ਦਾਦੀ ਸੋਚਾਂ ਵਿੱਚ ਡੁੱਬੀ ਸਿਰ ਸੁੱਟੀ ਕੋਨੇ ਵਾਲੀ ਗੱਡੀ ਉੱਤੇ ਬੈਠੀ ਹੋਈ ਸੀ। ਦਾਦਾ ਆਪਣਾ ਸੁਭਾਅ ਅਨੁਸਾਰ ਅੱਖਾਂ ਮੀਟੀ ਬੇਪਰਵਾਹ ਢਾਸ ਨਾਲ ਲਾਈ ਉਗਲਾ ਰਿਹਾ ਸੀ। ਪ੍ਰਸ਼ਨ ਨੰਬਰ 8, ਉਜਾੜੇ ਦੇ ਆਰੰਭਿਕ ਦਿਨਾਂ ਵਿੱਚ ਕੁੜੀ ਦੇ ਪਰਿਵਾਰ ਦੇ ਜੀਵਨ ਵਿੱਚ ਚੱਟੂ ਦਾ ਕੀ ਮਹੱਤਵ ਸੀ? ਉੱਤਰ, ਉਜਾੜੇ ਦੇ ਆਰੰਭਿਕ ਦਿਨਾਂ ਵਿੱਚ ਕੁੜੀ ਦੇ ਪਰਿਵਾਰ ਵਿੱਚ ਚੱਟੂ ਦੀ ਬਹੁਤ ਮਹਾਨਤਾ ਸੀ, ਕਿਉਂਕਿ ਉਸ ਵਿੱਚ ਲੂਣ ਮਿਰਚਾਂ ਕੁੱਟ ਕੇ ਰੋਟੀ ਖਾਧੀ ਜਾ ਸਕਦੀ ਸੀ। ਇਸ ਤੋਂ ਇਲਾਵਾ ਉਸ ਨੂੰ ਮੁੱਦਾ ਮਾਰ ਕੇ ਉੱਤੇ ਦੀਵਾ ਰੱਖਣ ਲਈ ਸਟੂਲ ਦਾ ਕੰਮ ਲਿਆ ਜਾਂਦਾ ਸੀ। ਇਸ ਤਰ੍ਹਾਂ ਨਾਲ ਉਸ ਦੀ ਢਈ ਹੋਈ ਜ਼ਿੰਦਗੀ ਨੂੰ ਮੁੜ ਉਸਾਰਨ ਵਿੱਚ ਚੱਟੂ ਆਧਾਰ ਦਾ ਕੰਮ ਕਰਦਾ ਹੈ। ਪ੍ਰਸ਼ਨ ਨੰਬਰ 9, ਕੁੜੀ ਦੀ ਭੂਆ ਤੇ ਕੀ ਬੀਤੀ? ਉੱਤਰ, ਕੁੜੀ ਦਾ ਫੁੱਫੜ ਸਾਰੇ ਪਿੰਡ ਦਾ ਮਾਲਕ ਸੀ। ਉਸਨੇ ਪਿੰਡ ਛੱਡਣ ਤੋਂ ਇਨਕਾਰ ਕਰ ਦਿੱਤਾ। ਭੂਆ ਨੇ ਆਪਣੇ ਮੁੰਡਿਆਂ ਨਾਲ ਇੱਕ ਤੁੱਲੇ ਵਾਲੇ ਨੂੰ ਸੋਨੇ ਦੇ ਗਹਿਣੇ ਦੇ ਕੇ ਰਾਵੀ ਦਰਿਆ ਪਾਰ ਕੀਤਾ ਤੇ ਆਪਣੀ ਕੁੜਮਾਂ ਤੇ ਪਹੁੰਚ ਗਈ। ਪਰ ਮਗਰੋਂ ਕੁੜੀ ਦਾ ਚਾਚਾ ਉਸ ਨੂੰ ਉੱਥੋਂ ਲੈ ਆਇਆ, ਪਰ ਉਸ ਦਾ ਮੁੰਡਾ ਸਹੁਰਿਆਂ ਜੋਗਾ ਹੀ ਰਹਿ ਗਿਆ। ਉਸ ਦੇ ਪਤੀ ਪਿੰਡ ਛੱਡਣ ਤੋਂ ਇਨਕਾਰ ਕਰਨ ਦੇ ਥਾਣੇਦਾਰ ਨੇ ਉਸ ਨੂੰ ਗੋਲੀ ਨਾਲ ਮਾਰ ਦਿੱਤਾ। ਭੂਆ ਦਾ ਮੁੰਡਾ ਭਿੰਦਰ ਵੀ ਮਰ ਗਿਆ। ਪਹਿਲਾਂ ਉਸਨੇ ਬਹੁਤ ਔਖਾ ਸਮਾਂ ਬਿਤਾਇਆ, ਪਰ ਮਗਰੋਂ ਫੁੱਫੜ ਨਾਲ ਸਾਂਝੇ ਅਕਾਊਂਟ ਵਾਲੀ ਭਾਰੀ ਰਕਮ ਮਿਲਣ ਨਾਲ ਉਹ ਸੌਖੀ ਹੋ ਗਈ। ਪ੍ਰਸ਼ਨ ਨੰਬਰ 10, ਠੇਕੇ ਤੇ ਲਈ ਭੋਏ ਵਿੱਚ ਕੰਮ ਚਲਾਉਣ ਖਾਤਰ ਪੈਸਿਆਂ ਦਾ ਪ੍ਰਬੰਧ ਕਿਸ ਤਰ੍ਹਾਂ ਕੀਤਾ ਗਿਆ? ਠੇਕੇ ਤੇ ਲਈ ਭੋਏ ਵਿੱਚ ਕੰਮ ਚਲਾਉਣ ਖਾਤਰ ਪੈਸਿਆਂ ਦਾ ਪ੍ਰਬੰਧ ਦਾਦਾ ਜੀ ਦੇ ਕਹਿਣ ਤੇ ਤਾਈ ਨੇ ਆਪਣੇ ਸੋਨੇ ਦੀ ਵੰਗ, ਚਾਚੀ ਨੇ ਸ਼ਾਮ, ਮਾਂ ਨੇ ਵਾਲੀਆਂ ਤੇ ਦਾਦੀ ਨੇ ਆਪਣੇ ਸੋਨੇ ਦੇ ਸਟੱਡ ਲਾ ਕੇ ਉਸ ਦੀ ਝੋਲੀ ਪਾ ਦਿੱਤੀ। ਰਫਿਊਜੀ ਪਰਿਵਾਰ ਨੇ ਆਪਣੇ ਮੁੜ ਵਸੇਬੇ ਦਾ ਆਰੰਭ ਕਿਸ ਚੀਜ਼ ਨਾਲ ਕੀਤਾ ਤੇ ਫਿਰ ਇੱਕ ਤੋਂ ਪਿੱਛੋਂ ਦੂਜੀ ਕਿਹੜੀ ਚੀਜ਼ ਉਹਨਾਂ ਦੇ ਘਰ ਆਉਂਦੀ ਗਈ? ਰਫਿਊਜੀ ਪਰਿਵਾਰ ਨੇ ਆਪਣੇ ਮੁੜ ਵਸੇਬੇ ਦਾ ਪ੍ਰਬੰਧ ਚੱਟੂ ਨਾਲ ਕੀਤਾ। ਇਸ ਵਿੱਚ ਲੂਣ ਮਿਰਚਾਂ ਰਗੜ ਕੇ ਲੱਸੀ ਵਿੱਚ ਪਾਈਆਂ ਤੇ ਉਸ ਨਾਲ ਰੋਟੀ ਖਾਧੀ। ਫਿਰ ਲੁਧਿਆਣੇ ਵਾਲੇ ਘਰ ਨੂੰ ਸਾਫ਼ ਕਰਨ ਲਈ ਤਾਈ ਨੇ ਬੋਕਰ ਲਿਆਂਦੀ। ਦਾਦਾ ਜੀ ਨੇ ਮੂੰਗੀ ਤੇ ਦਾਲ ਤੇ ਚੌਲ ਲਿਆਏ ਤੇ ਉਹਨਾਂ ਦੀ ਖਿਚੜੀ ਬਣਾ ਕੇ ਖਾਧੀ। ਰਾਤ ਨੂੰ ਚੱਟੂ ਨੂੰ ਮੁੱਦਾ ਮਾਰ ਕੇ ਉਸ ਉੱਤੇ ਸਰੋਂ ਦੇ ਤੇਲ ਦਾ ਦੀਵਾ ਟਕਾ ਲਿਆ। ਮਗਰੋਂ ਘਰ ਵਿੱਚ ਪੋਚਾ ਆਦਿ ਫੇਰਨ ਮਗਰੋਂ ਨਲਕਾ ਚਾਲੂ ਕੀਤਾ ਗਿਆ। ਫਿਰ ਪਿੱਛੋਂ ਘਰ ਵਿੱਚ ਲੂਣਦਾਨੀ, ਚਕਲਾ ਵੇਲਣਾ ਆ ਗਿਆ। ਆੜ੍ਹਤੇ ਦੀ ਦੁਕਾਨ ਤੇ ਖੇਤੀ ਦਾ ਕੰਮ ਚੱਲ ਪਿਆ। ਅੰਗੀਠੀਆਂ ਤਿਆਰ ਹੋ ਗਈਆਂ। ਫਿਰ ਲਾਲਟਨ, ਡਾਲਡੇ, ਘਿਓ ਦੀ ਪੀਪੀ, ਸਟੂਲ, ਪੱਥਰ ਦੀ ਕੁੰਡੀ, ਕੁਕੜੀਆਂ, ਕੋਟ, ਤੋਕੜ, ਮੱਝ, ਸਾਈਕਲ ਤੇ ਕਲੇਮਾਂ ਦੇ ਪੈਸੇ ਆ ਗਏ। ਪ੍ਰਸ਼ਨ ਨੰਬਰ 12, ਪਹਿਲਾਂ ਜਿਸ ਚੱਟੂ ਨੂੰ ਗੱਡੀ ਦੀ ਲਾਈਨ ਉੱਤੇ ਡਿੱਗਣ ਸਮੇਂ ਕੁੜੀ ਨੇ ਛੱਡਿਆ ਨਹੀਂ ਸੀ, ਉਸ ਦੇ ਪਾੜੇ ਜਾਣ ਸਮੇਂ ਬਾਕੀ ਪਰਿਵਾਰ ਦੇ ਹਾਸੇ ਵਿੱਚ ਸ਼ਾਮਲ ਕਿਵੇਂ ਹੋ ਜਾਂਦੀ ਹੈ? ਉੱਤਰ, ਇਸ ਦਾ ਕਾਰਨ ਇਹ ਸੀ ਕਿ ਪਹਿਲਾਂ ਜਿਸ ਘਰ ਵਿੱਚ ਚੱਟੂ ਦੀ ਜ਼ਰੂਰਤ ਹੋਣ ਕਰਕੇ ਉਸ ਦਾ ਬਹੁਤ ਮਹੱਤਵ ਸੀ, ਜਿਸ ਕਰਕੇ ਆਪਣੀ ਮਾਂ ਦੇ ਕਹਿਣ ਉੱਤੇ ਉਸ ਕੁੜੀ ਨੇ ਇਹ ਚੱਟੂ ਆਪਣੇ ਸਿਰ ਉੱਤੇ ਚੁੱਕਿਆ ਹੋਇਆ ਸੀ ਤੇ ਗੱਡੀ ਦੀ ਲਾਈਨ ਉੱਤੇ ਵੀ ਡਿੱਗਣ ਸਮੇਂ ਵੀ ਉਸ ਨੂੰ ਛੱਡਿਆ ਨਹੀਂ। ਪਰੰਤੂ ਮਗਰੋਂ ਘਰ ਵਿੱਚ ਪੱਥਰ ਦੀ ਕੁੰਡੀ ਤੇ ਹੋਰ ਖੁਸ਼ਹਾਲੀ ਆ ਜਾਣ ਕਾਰਨ ਉਸ ਦੀ ਲੋੜ ਨਹੀਂ ਸੀ ਤੇ ਉਹ ਬਾਲਣ ਦਾ ਹਿੱਸਾ ਬਣ ਚੁੱਕਾ ਸੀ। ਇਸ ਕਰਕੇ ਤਾਏ ਦੇ ਮੁੰਡੇ ਨੇ ਉਸ ਨੂੰ ਕੁੜੀ ਦੀ ਜਾਨ ਨੂੰ ਖਤਰੇ ਵਿੱਚ ਪਾਉਣ ਦਾ ਜ਼ਿੰਮੇਵਾਰ ਦੱਸਦਿਆਂ ਹੋਇਆ ਉਸ ਤੋਂ ਬਦਲਾ ਲੈਣ ਲਈ ਉਸ ਨੂੰ ਕੁਹਾੜੇ ਨਾਲ ਮਾਰ ਕੇ ਪਾੜਦਾ ਹੈ, ਜਿਸ ਤੇ ਸਾਰੇ ਪਰਿਵਾਰ ਹੱਸ ਕੇ ਲੋਟ-ਪੋਟ ਹੋ ਜਾਂਦੇ ਹਨ ਤੇ ਉਸ ਦੇ ਹਾਸੇ ਵਿੱਚ ਸਾਰਾ ਪਰਿਵਾਰ ਸ਼ਾਮਲ ਹੋ ਜਾਂਦਾ ਹੈ। ਸੋ ਵਿਦਿਆਰਥੀਓ, ਇਹ ਸੀ ਚੱਟੂ ਕਹਾਣੀ ਤੇ ਜੋ ਕਿ ਸੁਖਵੰਤ ਕੌਰ ਮਾਨ ਦੀ ਲਿਖੀ ਹੋਈ ਹੈ। ਅਗਲੀ ਵੀਡੀਓ ਦੇ ਵਿੱਚ ਅਗਲਾ ਟੌਪਿਕ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ। ਥੈਂਕਸ। Have a nice day.